ਮਨੁੱਖੀ ਸਮਾਜ ਦੇ ਵਿੱਚ ਨਵੀਂ ਚੀਜ਼ ਲਈ ਇੱਕ ਤਰਾਸਦੀ ਹੈ ਕਿ ਹਮੇਸ਼ਾ ਉਸ ਦਾ ਸਵਾਗਤ ਹੈ ਜਿਹੜਾ ਵਿਰੋਧ ਦੇ ਨਾਲ ਹੁੰਦਾ ਹੈ। ਸਮਝ ਆਉਣ ਤੇ ਹੀ ਵਿਰੋਧ ਖਤਮ ਹੁੰਦਾ ਹੈ ਤੇ ਫਿਰ ਉਸ ਦਾ ਲਾਭ ਹੁੰਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਖੜਾ ਡੈਮ ਬਣਿਆ ਤੇ ਭਾਖੜਾ ਨਹਿਰ ਨਿਕਲੀ ਤਾਂ ਕੁਝ ਰਾਜਨੀਤਿਕ ਪਾਰਟੀਆਂ ਨੇ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਇਸ ਪਾਣੀ ਦੇ ਵਿੱਚੋਂ ਅਸਲ ਤੱਤ ਕੱਢ ਲਏ ਗਏ ਹਨ, ਪੰਜਾਬ ਨੂੰ ਜਿਹੜਾ ਫੋਕਾ ਪਾਣੀ ਦਿੱਤਾ ਜਾ ਰਿਹਾ ਹੈ। ਪਰੰਤੂ ਸਮਾਂ ਪੈਣ ਤੇ ਸਾਨੂੰ ਸਭ ਨੂੰ ਪਤਾ ਲੱਗਿਆ ਕਿ ਉਸ ਭਾਖੜਾ ਨਹਿਰ ਦਾ ਪੰਜਾਬ ਨੂੰ ਕਿੱਡਾ ਵੱਡਾ ਲਾਭ ਹੋਇਆ। ਅੱਜ ਅਸੀਂ ਦੇਖਦੇ ਹਾਂ ਕਿ ਨਵੀਂ ਖੇਤੀ ਪਾਲਿਸੀ ਆਈ, ਸਰਕਾਰ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਈ ਉਪਰਾਲੇ ਕਰ ਰਹੀ ਹੈ। ਕਹਿੰਦੇ ਹਨ ਕਿ ਨਵੀਨਤਾ ਇੱਕ ਚੰਗੀ ਚੀਜ਼ ਹੈ, ਪਰੰਤੂ ਉਸ ਦੇ ਲਈ ਸਟਰੋਂਗ ਪੋਲੀਟੀਕਲ ਵਿਲ ਦਾ ਹੋਣਾ ਅਤੇ ਇੱਕ ਚੰਗੇ ਇਨਫਰਾਸਟ੍ਰਕਚਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਅੱਜ ਅਸੀਂ ਦੇਖਣਾ ਹੈ ਕਿ ਸਰਕਾਰ ਵੱਲੋਂ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ, ਖਾਸ ਕਰਕੇ ਨਾਲ ਕਿਸਾਨ ਨੂੰ ਪ੍ਰਫੁੱਲਤ ਕਰਨ ਲਈ ਕੀ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਅਸੀਂ ਚਰਚਾ ਕਰਾਂਗੇ ਨਿਊ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਪਾਲਿਸੀ ਫਰੇਮਵਰਕ ਆਫ ਪੰਜਾਬ ਤੇ ਪੰਜਾਬ ਨੂੰ ਦੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਸਾਡੇ ਖੇਤੀਬਾੜੀ ਮਾਹਿਰਾਂ ਤੇ ਸਰਕਾਰ ਦੇ ਕੋਲ ਕੀ ਵਿਚਾਰ ਨੇ, ਉਹਨਾਂ ਤੇ ਮੁੱਦਿਆਂ ਤੇ ਅਸੀਂ ਅੱਜ ਚਰਚਾ ਕਰਾਂਗੇ। ਮੇਰੇ ਨਾਲ ਨੇ ਅੱਜ ਖੇਤੀਬਾੜੀ ਮਾਹਰ ਡਾਕਟਰ ਅਮਰਜੀਤ ਸਿੰਘ ਗਰੇਵਾਲ ਅਤੇ ਨਾਲ ਹੀ ਨੇ ਮੇਰੇ ਨਾਲ ਸਰਦਾਰ ਜਸਵੰਤ ਜਫਰ ਤੇ ਉਹਨਾਂ ਦੇ ਨਾਲ ਨੇ ਸਰਦਾਰ ਪਰਮਜੀਤ ਸਿੰਘ ਕੈਂਥ। ਕੈਂਥ ਸਾਹਿਬ, ਗਰੇਵਾਲ ਸਾਹਿਬ, ਜਫਰ ਸਾਹਿਬ, ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਜੀ ਸ਼ੁਕਰੀਆ ਜੀ, ਮਿਹਰਬਾਨੀ। ਗਰੇਵਾਲ ਸਾਹਿਬ, ਮੈਂ ਜਿਸ ਤਰ੍ਹਾਂ ਦੇਖਿਆ ਕਿ ਅਸੀਂ ਜੇ ਪਿੱਛੇ ਝਾਤ ਮਾਰ ਕੇ ਦੇਖੀਏ ਤਾਂ 1971-72 ਦੇ ਵਿੱਚ ਤੋਂ ਲੈ ਕੇ 1985-86 ਦੇ ਵਿੱਚ ਜਿਹੜੀ ਹੈ ਖੇਤੀਬਾੜੀ ਦੀ ਜਿਹੜੀ ਹੈ ਗਰੋਥ ਬਹੁਤ ਜ਼ਿਆਦਾ ਸੀ। ਪਰੰਤੂ ਉਸ ਤੋਂ ਅੱਗੇ ਆ ਕੇ ਅਸੀਂ ਜੇ ਦੇਖੀਏ 15 ਸਾਲ ਤੋਂ ਜਿਹੜੀ ਗਰੋਥ ਹੈ ਉਹ 5.7 ਤੋਂ ਘਟ ਕੇ 1.6 ਤੱਕ ਰਹਿ ਗਈ। ਇਹ ਸਭ ਤੋਂ ਪਹਿਲਾਂ ਪੁੱਛਦਾ ਕਿ ਖੇਤੀਬਾੜੀ ਹੈ ਜਿਹੜਾ ਇਹ ਇੱਕ ਲਾਹੇਵੰਦ ਧੰਦਾ ਕਿਉਂ ਨਹੀਂ ਰਿਹਾ। ਅੱਜ ਅਸੀਂ ਦੇਖਦੇ ਹਾਂ ਕਿ ਕਿਸਾਨ ਦਾ ਖਰਚ ਬਹੁਤ ਜ਼ਿਆਦਾ ਹੋ ਰਿਹਾ ਹੈ, ਪਰੰਤੂ ਆਮਦਨ ਨਹੀਂ ਉਸਦੀ ਵਧੀ। ਕੋਡੀ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਮਤਲਬ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਸਾਨੂੰ ਆਮੰਤਰਿਤ ਕੀਤਾ। ਤੇ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੀ ਨਿਊ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਪਾਲਿਸੀ ਫਰੇਮਵਰਕ ਫॉर ਪੰਜਾਬ, ਜਿਹੜੀ ਮਤਲਬ ਜਿਹਦੇ ਤੇ ਆਪਾਂ ਗੱਲ ਕਰਨ ਲੱਗੇ ਹਾਂ, ਇਹ ਪੰਜਾਬ ਗਵਰਨਮੈਂਟ ਦੀ ਜਾਂ ਕੇਂਦਰ ਸਰਕਾਰ ਦੀ ਕਿਸੇ ਦੀ ਪਾਲਿਸੀ ਨਹੀਂ ਹੈ। ਇਹ ਅਸੀਂ ਇੱਕ ਫਰੇਮਵਰਕ ਤਿਆਰ ਕੀਤਾ ਜਿਹਦੇ ਰਾਹੀਂ ਅਸੀਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਨੂੰ ਅਪਣਾਏ ਜਾਂ ਰਿਹਾ ਕਿ ਇਹ ਕਾਫੀ ਜ਼ਿਆਦਾ ਕਿਸਾਨਾਂ ਦਾ ਤੇ ਪੰਜਾਬ ਦਾ ਭਲਾ ਕਰ ਸਕਦੀ ਹੈ। ਤੇ ਇਹਦੇ ਵਿੱਚ ਮੇਰੇ ਨਾਲ ਜ਼ਫਰ ਸਾਹਿਬ ਨੇ, ਉਹ ਵੀ ਇੱਥੇ ਮਤਲਬ ਹਾਜ਼ਰ ਨੇ। ਆਪਾਂ ਇਸ ਬਾਰੇ ਗੱਲਬਾਤ ਕਰਾਂਗੇ। ਇਸ ਲਈ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਗੱਲ ਲਈ ਸਾਨੂੰ ਮਤਲਬ ਮੌਕਾ ਦਿੱਤਾ। ਦੂਸਰੀ ਜਿਹੜੀ ਤੁਸੀਂ ਜਿਹੜਾ ਸਵਾਲ ਕੀਤਾ ਕਿ 1971-72 ਦੇ ਵਿੱਚ ਜਿਹੜੀ ਗਰੋਥ ਰੇਟ ਐਗਰੀਕਲਚਰ ਦਾ 5.7 ਸੀ, ਉਹ 2005-6 ਤੋਂ 14-15 ਤੱਕ ਘਟ ਕੇ 1.61 ਰਹਿ ਗਿਆ। ਇਹ ਜਿਹੜੀ ਸਟੈਗਨੇਸ਼ਨ ਆ ਐਗਰੀਕਲਚਰ ਦੇ ਵਿੱਚ, ਇਹ ਕਿਉਂ ਆਈ ਆ? ਦੇਖੋ, ਆਪਾਂ ਜੇ ਦੇਖੀਏ ਕਿ ਜਿਹੜੀ ਕ੍ਰੌਪ ਇੰਟੈਂਸਿਟੀ ਆ ਉਹ 200 ਤੋਂ ਉੱਪਰ ਜਾ ਚੁੱਕੀ ਹੈ। ਆਪਾਂ ਕ੍ਰੌਪਿੰਗ ਇੰਟੈਂਸਿਟੀ ਨਹੀਂ ਵਧਾ ਸਕਦੇ। ਜਿੰਨੀ ਜ਼ਮੀਨ ਮਤਲਬ ਪੰਜਾਬ ਦੇ ਵਿੱਚ ਉਪਲਬਧ ਹੈਗੀ ਆ, ਉਹਦੇ ਵਿੱਚ ਕੋਈ ਜ਼ਮੀਨ ਨਹੀਂ ਐਡ ਕੀਤੀ ਜਾ ਸਕਦੀ। ਤੇ ਜਿਹੜੀ ਆਪਾਂ ਮੋਨੋਕਲਚਰ ਦੇ ਵਿੱਚ ਪਏ ਹੋਏ ਆ, ਉਹਨਾਂ ਦੇ ਵਿੱਚ ਜਿਹੜੀ ਪ੍ਰੋਡਕਟਿਵਿਟੀ ਆ ਕ੍ਰੌਪਸ ਦੀ, ਉਹ ਹੋਰ ਨਹੀਂ ਵਧਾਈ ਜਾ ਸਕਦੀ। ਆਪਾਂ ਜ਼ਿਆਦਾ ਖਾਦਾਂ ਦਾ ਇਸਤੇਮਾਲ ਇਸ ਤੋਂ ਵੱਧ ਨਹੀਂ ਕਰ ਸਕਦੇ, ਐਗਰੋਕੈਮੀਕਲਸ ਦਾ ਨਹੀਂ ਕਰ ਸਕਦੇ, ਪਾਣੀ ਦਾ ਨਹੀਂ ਕਰ ਸਕਦੇ। ਸੋ ਮਤਲਬ ਸਿਚੁਏਸ਼ਨ ਇਹ ਆ ਕਿ ਹਰ ਪਾਸਿਓਂ ਅਜਿਹੀ ਇੱਕ ਸਥਿਤੀ ਪੈਦਾ ਹੋ ਚੁੱਕੀ ਆ ਜਿੱਥੇ ਨਾ ਤਾਂ ਅਸੀਂ ਸਕੇਲਿੰਗ ਕਰ ਸਕਦੇ ਹਾਂ ਐਗਰੀਕਲਚਰ ਦੀ, ਤੇ ਨਾ ਹੀ ਇਹਦੀ ਰੇਂਜ ਵਧਾ ਰਹੇ ਹਾਂ, ਤੇ ਨਾ ਹੀ ਇਹਦੇ ਵਿੱਚੋਂ ਕੋਈ ਨਵੀਆਂ ਲਰਨਿੰਗਸ ਲੈ ਰਹੇ ਹਾਂ, ਕੋਈ ਨਵੀਆਂ ਸਿੱਖਿਆਵਾਂ ਲੈ ਰਹੇ ਹਾਂ। ਜਿਹੜੀਆਂ ਵੀ ਸਾਨੂੰ ਚੁਣੌਤੀਆਂ ਸਾਹਮਣੇ ਆਉਂਦੀਆਂ ਨੇ, ਉਹਦੇ ਵਿੱਚੋਂ ਕੋਈ ਨਵੀਂ ਸਿੱਖਿਆ ਨਹੀਂ ਲੈ ਸਕਦੇ। ਸੋ ਮੈਂ ਸਮਝਦਾ ਕਿ 3 ਫੈਕਟਰ ਨੇ ਜਿਹੜੇ ਪੰਜਾਬ ਦੀ ਐਗਰੀਕਲਚਰ ਨੂੰ ਸਟੈਗਨੇਟ ਕਰ ਰਹੇ ਨੇ। ਦੂਸਰੀ ਗੱਲ ਇਹ ਵੀ ਆ ਕਿ ਪੰਜਾਬ ਦੀ ਐਗਰੀਕਲਚਰ ਸਿਰਫ ਇਹ ਨਹੀਂ ਕਿ ਪੰਜਾਬ ਦੇ ਕਿਸਾਨਾਂ ਦਾ ਹੀ ਬੁਰੀ ਹਾਲਤ ਆ, ਕਿਉਂਕਿ ਬਹੁਤੀ ਜਿਹੜੀ ਪੰਜਾਬ ਦੀ ਨਿਰਭਰਤਾ ਐਗਰੀਕਲਚਰ ਦੇ ਉੱਤੇ ਆ, ਇਸ ਕਰਕੇ ਸਮੁੱਚੇ ਤੌਰ ਤੇ ਪੰਜਾਬ ਵੀ ਮਤਲਬ ਇੱਕ ਸਟੈਗਨੇਸ਼ਨ ਦਾ ਹੀ ਸ਼ਿਕਾਰ ਹੈਗਾ, ਜਿਹਦੀਆਂ ਬਹੁਤ ਸਾਰੀਆਂ ਸੋਸ਼ਲ, ਪੋਲੀਟੀਕਲ, ਕਲਚਰਲ, ਇਕਨੋਮਿਕ ਜਿਹੜੀਆਂ ਰਿਪਰਕਸ਼ਨਸ ਨੇ, ਉਹ ਅਸੀਂ ਦੇਖਦੇ ਰਹਿੰਦੇ ਹਾਂ। ਜੀ ਜਫਰ ਸਾਹਿਬ, ਤੁਸੀਂ ਕੀ ਸੋਚਦੇ ਹੋ ਕਿ ਅੱਜ ਕਿਸਾਨ ਨੂੰ ਜਿਹੜਾ ਇੱਕ ਵਪਾਰੀ ਬਣਨ ਦੀ ਲੋੜ ਹੈ?
ਕਿਸਾਨ ਨੂੰ ਉਸ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਆਮਦਨ ਵਧਾ ਸਕੇ? ਹਾਂ, ਇਹਦੇ ਬਾਰੇ ਸੋਢੀ ਸਾਹਿਬ ਇਸ ਤਰ੍ਹਾਂ ਕਿ ਜਿੱਥੋਂ ਤੱਕ ਅਸੀਂ ਐਗਰੀਕਲਚਰ ਦੀ ਪ੍ਰੋਡਕਟਿਵ ਦੀ ਸਟੈਗਨੇਸ਼ਨ ਦੀ ਗੱਲ ਕਰਦੇ ਹਾਂ, ਉਹ ਤਾਂ ਸ਼ਾਇਦ ਵਰਲਡ ਵਾਈਡ ਆ ਕਿ ਜਿੱਥੇ ਜਿੱਥੇ ਵੀ ਐਗਰੀਕਲਚਰ ਡਿਵੈਲਪ ਹੋ ਗਈ ਉੱਥੇ ਇੱਕ ਸਮੇਂ ਤੇ ਜਾ ਕੇ ਉਹਨੇ ਸਟੈਗਨੇਟ ਹੋਣਾ ਹੀ ਹੁੰਦਾ। ਇਸ ਵੇਲੇ ਪੰਜਾਬ ਦੀ ਮੇਰਾ ਖਿਆਲ 1-1 ਇੰਚ ਜ਼ਮੀਨ ਆ ਜਿਹੜੀ ਉਹ ਉਪਜਾਊ ਹੋ ਚੁੱਕੀ ਆ, ਤੇ ਜਿਹੜੀਆਂ ਅਸੀਂ ਦਵਾਈਆਂ ਆ, ਜ਼ਹਿਰਾਂ ਆ, ਉਹ ਲੋੜ ਨਾਲੋਂ ਬਹੁਤ ਜ਼ਿਆਦਾ ਵੱਧ ਵਰਤੀਆਂ ਜਾਂਦੀਆਂ ਪੰਜਾਬ 'ਚ। ਪਹਿਲਾਂ ਤਾਂ ਦੱਸਣ ਵਾਲਾ ਹੀ ਥੋੜਾ ਵਧਾ ਕੇ ਦੱਸਦਾ, ਫਿਰ ਵੇਚਣ ਵਾਲਾ ਵਧਾ ਕੇ ਦੱਸਦਾ, ਫਿਰ ਪਾਉਣ ਵਾਲਾ ਜਿਹਨੂੰ ਮਜ਼ਦੂਰ ਨੂੰ ਦੱਸਦਾ ਉਹ ਵੀ ਵਧਾ ਕੇ ਦੱਸਦਾ, ਤੇ ਮਜ਼ਦੂਰ ਵੀ ਫਿਰ ਸੋਚਦਾ ਕਿ ਕਸਰ ਰਹਿ ਨਾ ਜਾਵੇ। ਇਸ ਕਰਕੇ ਅਸੀਂ ਦੁੱਗਣੀ ਤਿੱਗਣੀਆਂ ਖਰਚੇ ਇਦਾਂ ਵੀ ਕਰਦੇ ਆ। ਤੇ ਪੰਜਾਬ ਨੂੰ ਜਿੰਨਾ ਮੈਕੈਨਿਜ਼ਮ ਚਾਹੀਦਾ ਜਾਂ ਕਹ ਲਓ ਮਸ਼ੀਨਰੀ ਚਾਹੀਦੀ, ਉਹਦੇ ਨਾਲੋਂ ਕਿਉਂਕਿ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਹੀ ਉਹ ਕਈ ਗੁਣਾ ਜ਼ਿਆਦਾ, ਜਿੰਨੇ ਪੰਜਾਬ ਨੂੰ ਟਰੈਕਟਰ ਚਾਹੀਦੇ ਨੇ ਪ੍ਰੋਡਕਟਿਵਿਟੀ ਲਈ, ਉਤੋਂ ਸਾਡੇ ਕੋਲ ਟਰੈਕਟਰ ਵੀ ਵਧਿਆ ਤੇ ਬਾਕੀ ਮਸ਼ੀਨਰੀ ਵੀ ਵਧਿਆ, ਕਿਉਂਕਿ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਨਹੀਂ ਹੈ। ਇਸ ਕਰਕੇ ਸਾਡੇ ਕੋਲ ਇਦਾਂ ਦੇ ਮਾਡਲ ਹੋਣੇ ਚਾਹੀਦੇ ਜਿਹਦੇ ਨਾਲ ਸਾਡੇ ਰਸਾਇਣਾਂ ਦੀ ਵਰਤੋਂ ਵੀ ਆਪਟੀਮਮ ਹੋਵੇ ਤੇ ਸਾਡੀ ਮਸ਼ੀਨਰੀ ਦੀ ਜਾਂ ਕਹ ਲਓ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਵੀ ਆਪਟੀਮਮ ਹੋਵੇ। ਇਹ ਵੱਡਾ ਮਸਲਾ ਹੈ। ਵਪਾਰੀ ਹੋਣ ਨਾਲੋਂ ਮਤਲਬ ਮਾਰਕੀਟ ਨਾਲੋਂ ਵੀ ਜਿਹੜੇ ਖਰਚ ਘਟਾਉਣ ਲਈ ਉਹ ਤੋਂ ਵੀ ਪਹਿਲਾਂ ਦੀਆਂ ਜ਼ਰੂਰਤਾਂ ਨੇ, ਉਹਦੇ ਲਈ ਸਾਡਾ ਚਾਹੇ ਉਹ ਕੋਆਪਰੇਟਿਵ ਹੋਵੇ ਜਾਂ ਪਿੰਡ ਪੱਧਰੀ ਹੋਵੇ ਜਾਂ ਭਾਈਚਾਰਕ ਹੋਵੇ, ਕੁਝ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਹੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਘਟੇਗੀ। ਤੇ ਜਿੱਥੋਂ ਤੱਕ ਉਹਦੇ ਪ੍ਰੋਡਿਊਸ ਦਾ ਮੁੱਲ ਦੇਣ ਦੀ ਗੱਲ ਆ, ਉਹ ਮੰਡੀ ਨੇ ਦੇਣਾ ਜਾਂ ਸਰਕਾਰ ਨੇ ਦੇਣਾ, ਉਹ ਸ਼ਾਇਦ ਫਾਰਮਰ ਦੇ ਉਹਨਾਂ ਹੱਥ 'ਚ ਨਹੀਂ ਹੈ। ਪਹਿਲਾਂ ਸਾਡੇ ਜਿਹੜੇ ਫਾਰਮਰ ਦੇ ਜਿਹੜੀਆਂ ਚੀਜ਼ਾਂ ਅਸੀਂ ਜਿਹਦੇ ਲਈ ਉਹਨੂੰ ਇੰਪਾਵਰ ਕਰ ਸਕਦੇ ਹਾਂ, ਜਿਹੜੀਆਂ ਉਹਦੇ ਹੱਥ 'ਚ ਦਿੱਤੀਆਂ ਜਾ ਸਕਦੀਆਂ, ਉਹਨਾਂ ਤੇ ਸਭ ਤੋਂ ਪਹਿਲਾਂ ਫੋਕਸ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਸੋਚਦੇ ਹੋ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸਰਕਾਰ ਚਾਹੁੰਦੀ ਹੈ ਜਾਂ ਖੇਤੀਬਾੜੀ ਮਾਹਿਰ ਵੀ ਚਾਹੁੰਦੀ ਹੈ ਕਿ ਖੇਤੀ ਵਿਭਿੰਨਤਾ ਲਿਆਂਦੀ ਜਾਵੇ, ਵੀ ਖੇਤੀ ਵਿਭਿੰਨਤਾ ਲਿਆ ਕੇ ਸਰਕਾਰ ਦਾ ਉਦੇਸ਼ ਹੈ ਕਿ ਜ਼ਿਮੀਂਦਾਰ ਦੀ ਜਿਹੜੀ ਆਮਦਨ ਦੇ ਵਿੱਚ ਵਾਧਾ ਕੀਤਾ ਜਾਵੇ? ਕਿ ਖੇਤੀ ਵਿਭਿੰਨਤਾ ਲਿਆਉਣ ਨਾਲ ਜਿਹੜਾ ਕਿਸਾਨ ਆ ਉਹ ਆਤਮ ਨਿਰਭਰ ਬਣੇਗਾ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਣਕ ਔਰ ਜੀਰੀ ਦੀ ਖੇਤੀ ਹੈ ਜਿਹੜੀ, ਉਹਦੇ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਜਿਹੜੀ ਖੇਤੀ ਵਿਭਿੰਨਤਾ ਦੇ ਨਾਲ ਜਿਹੜੇ ਸਾਡੇ ਕੋਲ ਜਿਹੜੇ ਸਹਾਇਕ ਹੋਰ ਧੰਦੇ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਪਛੜ ਰਹੇ ਹਾਂ ਜੀ। ਸਾਨੂੰ ਉਸ ਦੇ ਲਈ ਸਾਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਚਾਹੁੰਦੇ ਕੀ ਹਾਂ, ਕਿਉਂਕਿ ਆਉਣ ਵਾਲੀ ਸਾਡੀ ਜਿਹੜੀ ਕਿਸਾਨੀ ਔਰ ਜਵਾਨੀ ਹੈ, ਅਸੀਂ ਉਹਨਾਂ ਦੇ ਲਈ ਕੋਈ ਵਧੀਆ ਪ੍ਰੋਗਰਾਮ ਨਹੀਂ ਬਣਾ ਪਾ ਰਹੇ, ਕਿਉਂਕਿ ਜਿਸ ਤਰੀਕੇ ਦੇ ਨਾਲ ਸਾਨੂੰ ਚਾਹੀਦਾ ਕਿ ਸਾਨੂੰ ਦੇਸ਼ ਆਜ਼ਾਦ ਹੋਇਆ ਨੂੰ ਇੱਕ ਲੰਮਾ ਅਰਸਾ ਹੋ ਗਿਆ, ਹੁਣ ਸਾਨੂੰ ਜਿਹੜੇ ਰਿਫਾਰਮਸ ਹੈ ਉਹ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿਸਾਨ ਆਤਮ ਨਿਰਭਰ ਹੋਏ। ਉਹਦੇ ਨਾਲ ਹੀ ਜਿਹੜਾ ਖੇਤੀ ਤੇ ਨਿਰਭਰ ਲੋਕ ਨੇ, ਜੇ ਉਹ ਉਹਨਾਂ ਦੇ ਨਾਲ ਜਿਹੜੇ ਕੰਮ ਵਟਾਉਣ ਵਾਲੇ ਨੇ, ਚਾਹੇ ਐਗਰੀਕਲਚਰ ਲੇਬਰ ਹੈ, ਖੇਤੀਬਾੜੀ ਦੇ ਉੱਤੇ ਨਿਰਭਰ ਜਿਹੜੀ ਲੇਬਰ ਹੈ, ਉਦੋਂ ਹੀ ਫਾਇਦਾ ਹੋਣਾ ਜਦੋਂ ਕਿਸਾਨ ਨੂੰ ਖੁਸ਼ਹਾਲੀ ਦਾ ਰਾਹ ਦਿਖੇਗਾ। ਔਰ ਇਸ ਖੁਸ਼ਹਾਲੀ ਦੇ ਰਾਹ ਦੇ ਲਈ ਸਾਨੂੰ ਖੇਤੀ ਵਿਭਿੰਨਤਾ ਹੈ ਜਿਹੜੀ, ਉਸ ਦੇ ਉੱਤੇ ਸਾਨੂੰ ਜਿਹੜਾ ਉਹ ਜ਼ੋਰ ਦੇਣਾ ਚਾਹੀਦਾ, ਜਿਹਦੇ ਨਾਲ ਅਸੀਂ ਜਿਹੜੀ ਆਰਗੈਨਿਕ ਜਿਹੜੀ ਆ ਫਾਰਮਿੰਗ ਕਰੀਏ, ਆ ਜਿਹੜੀ ਵੈਜੀਟੇਬਲ ਹੈ, ਫਰੂਟਸ ਹੈ, ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਔਰ ਇਹਦੇ ਨਾਲ ਨਾਲ ਜਿਹੜੇ ਹੈਲਥ ਕਾਰਡ ਨੇ, ਉਹਨਾਂ ਦਾ ਸਾਨੂੰ ਵਿਸ਼ੇਸ਼ ਜਿਹੜਾ ਉਹ ਧਿਆਨ ਦੇ ਕੇ ਕੰਮ ਕਰਨਾ ਚਾਹੀਦਾ ਹੈ ਕਿ ਮਿੱਟੀ ਦਾ ਜਿਹੜਾ ਉਪਜ ਹੈ ਕਿਤੋਂ ਜ਼ਿਆਦਾ ਵੱਧ ਸਕਦੀ ਹੈ, ਕਿਹੜੀ ਚੀਜ਼ ਕਿਹੜੀ ਮਾਤਰਾ ਵਿੱਚ ਸਾਨੂੰ ਬੀਜਣੀ ਚਾਹੀਦੀ ਹੈ, ਜਿਹਦੇ ਨਾਲ ਕਿਸਾਨ ਦੀ ਜਿਹੜੀ ਇਨਕਮ ਹੈ ਜਿਹੜੀ ਉਹ ਵਧਣੀ ਚਾਹੀਦੀ ਹੈ ਕਿ ਉਹ ਆਤਮ ਨਿਰਭਰ ਬਣੇ। ਔਰ ਇਸ ਤਰ੍ਹਾਂ ਦੇ ਜਦੋਂ ਰਿਫਾਰਮਸ ਆਉਂਦੇ ਨੇ, ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਲੋਕ ਉਹਨਾਂ ਦੇ ਲਈ ਤਿਆਰ ਨਹੀਂ ਹੁੰਦੇ। ਜਦੋਂ ਰਿਫਾਰਮਸ ਆਣੇ ਸ਼ੁਰੂ ਹੁੰਦੇ ਨੇ, ਰਿਫਾਰਮਸ ਦੇ ਨਾਲ, ਕਿਉਂਕਿ ਸਾਰਿਆਂ ਨੂੰ ਪਹਿਲਾਂ ਤਾਂ ਆਪਣੇ ਆਪ ਨੂੰ ਡਰ ਲੱਗਦਾ ਹੈ, ਉਸ ਡਰ ਤੋਂ ਨਿਕਲਣ ਦੇ ਲਈ ਸਾਨੂੰ ਜਿਹੜਾ ਇਸ ਡਿਵਰਸਿਫਿਕੇਸ਼ਨ ਹੈ, ਜਿਹੜੀ ਕ੍ਰੌਪ ਦੀ ਡਿਵਰਸਿਫਿਕੇਸ਼ਨ ਹੈ, ਉਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਖੇਤੀ ਵਿਭਿੰਨਤਾ ਜਿਹੜੀ ਹੈ, ਉਹ ਖੇਤੀ ਵਿਭਿੰਨਤਾ ਜਿਹੜੀ ਉਹਨੂੰ ਸਾਡੇ ਜਿਹੜੇ ਮਾਹਰ ਨੇ, ਗਰੇਵਾਲ ਸਾਹਿਬ ਨੇ, ਜਸਵੰਤ ਜੀ ਨੇ, ਜਾਂ ਤੁਸੀਂ ਜੋ ਇਸ ਨੂੰ ਮੀਟਿੰਗ ਨੂੰ ਕੰਡਕਟ ਕੀਤਾ, ਅਸੀਂ ਇਸ ਤੇ ਬੈਠ ਕੇ ਜਿਹੜੀ ਇਸ ਤੇ ਵਿਚਾਰ ਚਰਚਾ ਕਰ ਰਹੇ ਹਾਂ। ਵਿਚਾਰ ਚਰਚਾ ਇਹ ਹੈ ਕਿ ਕਿਸਾਨ ਕਿਸ ਤਰੀਕੇ ਨਾਲ ਆਤਮ ਨਿਰਭਰ ਬਣੇ ਔਰ ਉਹਨਾਂ ਤੇ ਜਿਹੜੇ ਨਿਰਭਰ ਲੋਕ ਨੇ, ਖੇਤੀ ਤੇ ਨਿਰਭਰ ਲੋਕ ਨੇ, ਉਹ ਖੁਸ਼ਹਾਲ ਕਿਵੇਂ ਹੋਣ। ਇਹ ਸਾਡੀ ਸਾਰਿਆਂ ਦੀ ਜਿਹੜੀ ਇੱਕ ਕੋਸ਼ਿਸ਼ ਹੈ, ਉਸ ਕੋਸ਼ਿਸ਼ ਦੇ ਵਿੱਚ ਅਸੀਂ ਵੀ ਰਲ ਕੇ ਸਾਰੇ ਜਿਹੜਾ ਯੋਗਦਾਨ ਪਾਉਣਾ ਚਾਹ ਰਹੇ ਹਾਂ। ਗਰੇਵਾਲ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਨਿਊ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਪਾਲਿਸੀ ਫਰੇਮਵਰਕ ਜਿਹੜਾ ਪੰਜਾਬ ਦੇ ਲਈ ਅਸੀਂ ਸੋਚਦੇ ਹਾਂ, ਜੋ ਵੀ ਪੰਜਾਬ ਦੇ ਲਈ ਚਿੰਤਕ ਹੈ, ਉਹ ਨਵੇਂ ਪਾਲਿਸੀ ਫਰੇਮ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਜਿਹੜੀਆਂ ਪੰਜਾਬ ਦੇ ਵਿੱਚ ਲਾਗੂ ਹੋਣੀਆਂ ਚਾਹੀਦੀਆਂ? ਜੀ,
ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਨੂੰ ਪ੍ਰਮੁੱਖ ਤੌਰ ਤੇ ਤਿੰਨੋਂ ਕਿਸਮ ਦੇ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੇਲੇ। ਸਭ ਤੋਂ ਇੰਪੋਰਟੈਂਟ ਹੈਗਾ ਇਕਨੋਮਿਕ ਕ੍ਰਾਈਸਿਸ, ਦੂਸਰਾ ਹੈਗਾ ਇਕੋਲੋਜੀਕਲ ਕ੍ਰਾਈਸਿਸ, ਤੀਸਰਾ ਹੈਗਾ ਸੋਸ਼ਲ ਕ੍ਰਾਈਸਿਸ। ਸੋ ਇਹ ਪੰਜਾਬ ਨੂੰ ਇੱਕ ਐਸੇ ਮਾਡਲ ਦੀ ਜ਼ਰੂਰਤ ਆ ਜਿਹੜਾ ਇਕੋਲੋਜੀਕਲੀ, ਸੋਸ਼ਲੀ ਤੇ ਇਕਨੋਮਿਕਲੀ ਸਸਟੇਨੇਬਲ ਹੋਵੇ। ਅਸੀਂ ਉਸੇ ਮਾਡਲ ਦੀ ਤਲਾਸ਼ ਦੇ ਵਿੱਚ ਇਹ ਜਿਹੜਾ ਡਾਕੂਮੈਂਟ ਆ ਇਹ ਤਿਆਰ ਕੀਤਾ। ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਭ ਤੋਂ ਇੰਪੋਰਟੈਂਟ ਹੈਗੀ ਡਾਈਵਰਸਿਫਿਕੇਸ਼ਨ। ਪੰਜਾਬ ਦੇ ਵਿੱਚ ਬਹੁਤ ਦੇਰ ਤੋਂ ਡਾਈਵਰਸਿਫਿਕੇਸ਼ਨ ਦੀ ਗੱਲਬਾਤ ਚੱਲ ਰਹੀ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਵੇਲੇ ਚੀਫ ਮਿਨਿਸਟਰ ਨੇ, ਉਹ ਐਗਰੀਕਲਚਰ ਮਿਨਿਸਟਰ ਹੁੰਦੇ ਸੀ, ਉਹਨਾਂ ਨੇ ਡਾਕਟਰ ਜੋਹਲ ਦੀ ਇੱਕ ਕਮੇਟੀ ਬਣਾਈ ਸੀ ਜਿਹਨੇ ਡਾਈਵਰਸਿਫਿਕੇਸ਼ਨ ਦੇ ਉੱਤੇ ਰਿਪੋਰਟ ਦਿੱਤੀ ਸੀ ਕਿ ਜਿਹੜਾ ਝੋਨਾ ਉਹ ਪੰਜਾਬ ਨੂੰ ਖਾ ਜਾਏਗਾ। ਤੇ ਉਸ ਵੇਲੇ ਤਾਂ ਝੋਨੇ ਦੇ ਅੰਡਰ ਬਹੁਤ ਘੱਟ ਕਾਸ਼ਤ ਹੁੰਦੀ ਸੀ, ਪਰ ਹੁਣ ਤੇ ਬਹੁਤ ਜ਼ਿਆਦਾ ਵੱਧ ਚੁੱਕੀ ਆ। ਔਰ ਅਸੀਂ ਇਹਦਾ ਨਤੀਜਾ ਵੀ ਦੇਖ ਰਹੇ ਹਾਂ ਕਿ ਪੰਜਾਬ ਝੋਨੇ ਨੇ ਤਬਾਹ ਕਰ ਦਿੱਤਾ, ਪੰਜਾਬ ਦੇ ਪਾਣੀ ਤਬਾਹ ਕਰ ਦਿੱਤੇ, ਪੰਜਾਬ ਦਾ ਸਾਰਾ ਵਾਤਾਵਰਣ ਤਬਾਹ ਕਰ ਦਿੱਤਾ ਔਰ ਪੰਜਾਬ ਦਾ ਵੈਲਿਊ ਸਿਸਟਮ ਵੀ ਤਬਾਹ ਕਰ ਦਿੱਤਾ। ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਨਵੀਆਂ ਫਸਲਾਂ ਜਾਂ ਨਵੀਆਂ ਮਤਲਬ ਕੁਝ ਚੀਜ਼ਾਂ ਇੰਟਰੋਡਿਊਸ ਕੀਤੀਆਂ ਜਾਣ ਜਿਹੜੀਆਂ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਨੂੰ ਝੋਨੇ ਦੇ ਉੱਤੇ ਜਿਹੜੀ ਨਿਰਭਰਤਾ ਉਹਨੂੰ ਘਟਾਉਣ ਲਈ ਹੈਲਪਫੁਲ ਹੋ ਸਕਦੀਆਂ ਨੇ। ਅਸੀਂ ਇੱਕ ਤਿਆਰ ਕੀਤੀ ਆ, ਲਿਸਟ ਤਿਆਰ ਕੀਤੀ ਆ ਜੇ ਮੇਰੇ ਕੋਲ ਹੈ। ਹਾਂਜੀ, ਤੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਨਾਲ ਵੀ ਇਹ ਡਿਸਕਸ ਹੋਈ ਆ। ਉਹਨਾਂ ਨੇ ਵੀ ਇਸੇ ਦੇ ਉੱਤੇ ਮਤਲਬ ਮੋਹਰ ਲਗਾਈ ਆ ਕਿ ਇਹ ਕੁਝ ਨਿਚ ਏਰੀਆਜ਼ ਨੇ ਪੰਜਾਬ ਦੇ ਵਿੱਚ। ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਕਿਸਮ ਦੇ ਅਲੱਗ-ਅਲੱਗ ਕਿਸਮ ਦੇ ਐਗਰੋ ਕਲਾਈਮੈਟਿਕ ਜ਼ੋਨਸ ਨੇ ਜਾਂ ਉਹਨਾਂ ਦੇ ਵੀ ਅੱਗੇ ਸਬ ਜ਼ੋਨਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਬਹੁਤ ਹੀ ਖੂਬਸੂਰਤ ਢੰਗ ਨਾਲ ਉਗਾਈਆਂ ਜਾ ਸਕਦੀਆਂ ਨੇ। ਸੋ ਉਹਨਾਂ ਦੇ ਬੇਸਿਸ ਦੇ ਉੱਤੇ ਕੁਝ ਅਸੀਂ ਨਿਚ ਏਰੀਆਜ਼ ਆਇਡੈਂਟੀਫਾਈ ਕੀਤੇ ਨੇ। ਮੈਂ ਉਹਨਾਂ ਦੀ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸਭ ਤੋਂ ਪਹਿਲਾ ਹੈ ਆਰਗੈਨਿਕ ਫਾਰਮਿੰਗ। ਤੇ ਪੰਜਾਬ ਦੇ ਵਿੱਚ ਆਰਗੈਨਿਕ ਫਾਰਮਿੰਗ ਕਈ ਥਾਂ ਦੇ ਉੱਤੇ ਹੋ ਰਹੀ ਹੈ ਔਰ ਕੀਤੀ ਜਾ ਰਹੀ ਹੈ। ਦੂਸਰਾ ਹੈਗਾ ਕਿੰਨੂ ਦੀ ਕਾਸ਼ਤ ਜੀ, ਫਿਰ ਗੋਵਾ ਅਮਰੂਦ ਦੀ ਕਾਸ਼ਤ, ਇਸੇ ਤਰ੍ਹਾਂ ਅੰਗੂਰ ਦੀ ਕਾਸ਼ਤ, ਫਿਰ ਗੁੜ ਦੀਆਂ ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੈਗੀਆਂ ਨੇ, ਫਿਰ ਵੈਲਿਊ ਐਡਿਡ ਜਿਹੜੀ ਪ੍ਰੋਡਕਟਸ ਨੇ ਜਿਹੜੀਆਂ ਕਾਰਨ ਤੋਂ ਬਣ ਸਕਦੀਆਂ ਨੇ, ਫਿਰ ਮੈਡੀਸਿਨਲ ਪਲਾਂਟਸ ਨੇ, ਹਰਬਸ, ਫਿਰ ਹਨੀ ਹੈ, ਮਸ਼ਰੂਮਸ ਨੇ, ਗੋਟ ਫਾਰਮਿੰਗ ਹੈ, ਫਿਸ਼ ਫਾਰਮਿੰਗ ਹੈ, ਪੋਲਟਰੀ ਹੈ, ਤੇ ਮਿਲਕ ਪ੍ਰੋਡਕਟਸ ਨੇ, ਫਲੋਰੀਕਲਚਰ ਆ, ਵੈਜੀਟੇਬਲਸ ਨੇ, ਬਾਸਮਤੀ ਆ, ਪਲਸਿਸ ਨੇ, ਵੀਟ ਪ੍ਰੋਡਕਟਸ ਨੇ, ਟੈਕਸਟਾਈਲ ਕ੍ਰਾਫਟਸ ਨੇ, ਦੂਸਰੇ ਕ੍ਰਾਫਟਸ ਨੇ, ਟ੍ਰੈਡੀਸ਼ਨਲ ਫੂਡ ਪ੍ਰੋਡਕਟਸ ਹੈਗੀਆਂ ਨੇ, ਫਿਰ ਕਲਚਰਲ ਇੰਡਸਟਰੀਜ਼ ਹੈਗੀਆਂ ਨੇ। ਇਸ ਤਰ੍ਹਾਂ ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਅਰਾਊਂਡ 27 ਦੇ ਨੇੜੇ, ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਹੁਤ ਕਾਮਯਾਬੀ ਨਾਲ ਚਲਾਏ ਜਾ ਸਕਦੇ ਨੇ। ਇਹਦੇ ਵਿੱਚ ਜਿਹੜੀ ਚੀਜ਼ ਦਾ ਸਭ ਤੋਂ ਵੱਧ ਧਿਆਨ ਰੱਖਿਆ ਗਿਆ ਉਹ ਇਹ ਆ ਕਿ ਉਹ ਪ੍ਰੋਡਕਟਸ ਸਿਲੈਕਟ ਕੀਤੀਆਂ ਜਾਣ ਜਿਨ੍ਹਾਂ ਦੀ ਪ੍ਰੋਸੈਸਿੰਗ ਲਈ, ਜਿਨ੍ਹਾਂ ਦੀ ਵੈਲਿਊ ਐਡੀਸ਼ਨ ਲਈ ਹਾਊਸ ਹੋਲਡ ਦੀ ਪੱਧਰ ਤੇ ਜਾਂ ਪਿੰਡ ਦੀ ਪੱਧਰ ਦੇ ਉੱਤੇ ਇਕੁਅਲੀ ਐਫੀਸ਼ੀਐਂਟ ਜਿਹੜੀ ਟੈਕਨੋਲੋਜੀ ਆ ਉਹ ਅਵੇਲੇਬਲ ਹੋਵੇ। ਮੀਨਸ ਕਿ ਅਸੀਂ ਇਹਨਾਂ ਲਈ ਬਹੁਤ ਵੱਡੇ ਸਕੇਲ ਦੇ ਉੱਤੇ ਇਹਨਾਂ ਦੀ ਪ੍ਰੋਸੈਸਿੰਗ ਦੀ ਥਾਂ ਜੇ ਘਰ ਦੇ ਲੈਵਲ ਦੇ ਉੱਤੇ ਜਾਂ ਪਿੰਡ ਦੇ ਪੱਧਰ ਦੇ ਉੱਤੇ ਇਹਨਾਂ ਦੀ ਪ੍ਰੋਸੈਸਿੰਗ ਕੀਤੀ ਜਾਵੇ ਤਾਂ ਵੀ ਉਹ ਇਕੁਅਲੀ ਕੰਪੀਟੀਟਿਵ ਹੋਏਗੀ ਐਸ ਕੰਪੇਅਰ ਟੂ ਬੜੇ ਵੱਡੇ ਸਕੇਲ ਦੇ ਉੱਤੇ ਜੇ ਕੀਤੀ ਜਾ ਰਹੀ ਹੈ। ਸੋ ਮਤਲਬ ਇੱਕ ਤੇ ਇਹ ਆ ਕਿ ਇਹਨਾਂ ਦੀ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਹੱਦ ਤੱਕ ਅਵੇਲੇਬਲ ਹੈਗੀ ਆ ਇੰਟਰਨੈਸ਼ਨਲੀ, ਨੈਸ਼ਨਲੀ ਔਰ ਸਟੇਟ ਲੈਵਲ ਦੇ ਉੱਤੇ ਵੀ। ਕਈ ਚੀਜ਼ਾਂ ਇਹਦੇ ਵਿੱਚ ਸੀਗੀਆਂ ਜਿਹੜੀਆਂ ਸਾਇੰਟਿਸਟ ਦਾ ਵਿਚਾਰ ਸੀ ਕਿ ਸ਼ਾਇਦ ਉਹ ਇਸ ਛੋਟੇ ਸਕੇਲ ਦੇ ਉੱਤੇ ਇੰਡੀਆ ਦੇ ਵਿੱਚ ਮੌਜੂਦ ਨਹੀਂ ਹੈਗੀਆਂ, ਉਪਲਬਧ ਨਹੀਂ ਹੈਗੀਆਂ, ਪਰ ਉਹ ਚਾਈਨਾ ਵਰਗੇ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਉਪਲਬਧ ਹੈਗੀਆਂ ਜਿਹੜੀਆਂ ਇੱਥੇ ਆਈਆਂ ਨੇ। ਪਰ ਮੈਂ ਸਮਝਦਾ ਕਿ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਮਿਸਤਰੀ ਵੀ ਨੇ ਈਵਨ, ਉਹ ਇੰਨੇ ਕਾਮਯਾਬ ਨੇ, ਇੰਨੇ ਨਿਪੁੰਨ ਨੇ, ਇੰਨੇ ਪ੍ਰਵੀਨ ਨੇ ਆਪਣੇ ਕੰਮਾਂ ਦੇ ਵਿੱਚ ਕਿ ਉਹ ਇਹਨਾਂ ਨੂੰ ਆਪਣਾ ਕਸਟਮਾਈਜ਼ ਕਰ ਸਕਦੇ ਆ, ਆਪਣੀ ਲੋੜਾਂ ਅਨੁਸਾਰ ਇਹਨਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਕੇ ਇਹਨਾਂ ਨੂੰ ਯੂਜ਼ ਕਰ ਸਕਦੇ ਨੇ। ਸੋ ਜਿਹੜਾ ਦੂਸਰਾ ਪਰਪਸ ਹੈਗਾ ਉਹ ਇਹ ਹੈਗਾ ਇਹਦੀ ਪ੍ਰੋਸੈਸਿੰਗ ਜਾਂ ਇਹਦੀ ਵੈਲਿਊ ਐਡੀਸ਼ਨ। ਤੀਜਾ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਜਿਹਦੇ ਕਰਕੇ ਹੁਣ ਤੱਕ ਅਸੀਂ ਨਹੀਂ ਕਰ ਸਕੇ, ਇਹਨਾਂ ਨੂੰ ਕਾਮਯਾਬ ਨਹੀਂ ਕਰ ਸਕੇ, ਉਹ ਹੈਗਾ ਮਾਰਕੀਟਿੰਗ ਦਾ ਇਸ਼ੂ ਕਿ ਇਹਨਾਂ ਦੀ ਕਿਸ ਢੰਗ ਨਾਲ ਮਾਰਕੀਟਿੰਗ ਕੀਤੀ ਜਾਵੇ ਤਾਂ ਕਿ ਮਤਲਬ ਇਹ ਚੀਜ਼ਾਂ ਕਈ ਵਾਰ ਆਪਾਂ ਦੇਖਦੇ ਹਾਂ ਕਿ ਚੀਜ਼ਾਂ ਸੜਕਾਂ ਤੇ ਰੁਲ ਰਹੀਆਂ ਨੇ, ਉਸ ਤੋਂ ਬਾਅਦ ਉਹ ਫਿਰ ਬਹੁਤ ਮਹਿੰਗੀਆਂ ਵਿਕਣ ਲੱਗ ਜਾਂਦੀਆਂ ਨੇ। ਤੇ ਜਿਹੜੇ ਤਾਂ ਵੱਡੇ ਲੋਕ ਨੇ ਉਹ ਤਾਂ ਇੰਟਰਨੈਸ਼ਨਲ ਲੈਵਲ ਤੇ ਇਹਦੀ
ਟ੍ਰੇਡਿੰਗ ਵੀ ਮਾਰਕੀਟਿੰਗ ਕਰਦੇ ਕਰ ਨੇ ਲੈਂਦੇ ਆ। ਤੇ ਮਾਰਕੀਟਿੰਗ ਵੀ ਕਰਦੇ ਨੇ, ਉਹਨਾਂ ਕੋਲ ਬਹੁਤ ਸਾਰੇ ਇੰਟੈਲੀਜੈਂਟ ਨੈਟਵਰਕਸ ਹੈਗੇ ਜਿਹਦੇ ਨਾਲ ਉਹ ਕਰ ਸਕਦੇ ਨੇ। ਪਰ ਇੱਕ ਆਮ 2-4 ਏਕੜ ਵਾਲੇ ਕਿਸਾਨ ਲਈ ਇਹ ਬਹੁਤ ਵੱਡੀ ਪ੍ਰੋਬਲਮ ਆ। ਔਰ ਇਹ ਜਿਹੜੀ ਸਕੀਮ ਹੈ ਇਹ ਪ੍ਰਾਇਮਰੀਲੀ ਉਹਨਾਂ ਛੋਟੇ ਤੇ ਜਿਹੜੇ ਸੀਮਾਂਤ ਜਿਹੜੇ ਮਾਰਜਨਲ ਫਾਰਮਰਸ ਨੇ ਉਹਨਾਂ ਦੇ ਲਈ ਹੀ ਆਪਾਂ ਇਹ ਫਰੇਮਵਰਕ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਦਿਸ਼ਾ ਦੇ ਵਿੱਚ ਅੱਜ ਤੋਂ ਮਤਲਬ 5 ਸਾਲ ਪਹਿਲਾਂ ਇਹ ਗੱਲ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ, ਪਰ ਹੁਣ ਜਿਹੜੀ ਮਲਟੀ ਸਾਈਡਡ AI ਪਾਵਰਡ ਜਿਹੜੇ ਪਲੇਟਫਾਰਮ ਟੈਕਨੋਲੋਜੀ ਆਈ ਆ ਉਹਨੇ ਸਾਰਾ ਕੁਝ ਸੰਭਵ ਕਰ ਦਿੱਤਾ ਕਿ ਕਿਵੇਂ ਛੋਟੇ ਜਿਹੜੇ 1-1 2-2 ਏਕੜ ਵਾਲੇ ਜਾਂ ਘਰਾਂ ਦੇ ਵਿੱਚ ਬੈਠੇ ਹੋਏ ਦਲਿਤ ਪਰਿਵਾਰ ਜਾਂ ਲੇਡੀਜ਼ ਜਿਹੜੀਆਂ ਘਰਾਂ ਦੇ ਵਿੱਚ ਕੋਈ ਮਤਲਬ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਕਮਾਈ ਦਾ ਸਾਧਨ ਨਹੀਂ ਹੈ, ਉਹਨਾਂ ਦੇ ਲਈ ਵੀ ਇੱਕ ਐਗਰੀਗੇਟਿੰਗ ਮਤਲਬ ਇੱਕ ਪਲੇਟਫਾਰਮ ਕ੍ਰੀਏਟ ਕੀਤਾ ਜਾ ਸਕਦਾ, ਜਿਹੜਾ ਪਲੇਟਫਾਰਮ ਆਰਗੇਨਾਈਜ਼ਡ ਤੇ ਅਨਆਰਗੇਨਾਈਜ਼ਡ ਜਿੰਨੇ ਸੈਕਟਰਸ ਨੇ ਰਿਲੇਟਡ ਟੂ ਐਗਰੀਕਲਚਰ ਉਹਨਾਂ ਦੀ ਐਗਰੀਗੇਸ਼ਨ ਕਰ ਸਕਦਾ। ਸੋ ਇਸ ਤਰ੍ਹਾਂ ਨਾਲ ਇਹ 3 ਲੈਵਲ ਦੇ ਉੱਤੇ ਆਪਾਂ ਮਤਲਬ ਇਸ ਚੀਜ਼ ਨੂੰ ਦੇਖ ਰਹੇ ਹਾਂ ਕਿ ਜਿਹੜੀ ਡਾਈਵਰਸੀਫਿਕੇਸ਼ਨ ਆ ਉਨੀ ਦੇਰ ਕਾਮਯਾਬ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਉਹਦੀ ਮੰਡੀਕਰਨ ਦਾ, ਉਹਦੀ ਇੰਟੈਲੀਜੈਂਸ ਦਾ, ਉਹਦੀ ਪ੍ਰੋਸੈਸਿੰਗ ਦਾ ਜੋ ਪ੍ਰਬੰਧ ਨਹੀਂ ਹੁੰਦੇ। ਜਫਰ ਸਾਹਿਬ, ਕੀ ਤੁਸੀਂ ਸੋਚਦੇ ਹੋ ਕਿ ਅੱਜ ਜੇ ਅਸੀਂ ਇਹ ਹਕੀਕਤ ਦੇਖੀਏ ਤਾਂ ਕਿਸਾਨ ਜਿਹੜਾ ਕਰਜ਼ੇ ਹੇਠ ਦੱਬਿਆ ਹੋਇਆ, ਖਾਸ ਕਰਕੇ ਛੋਟਾ ਕਿਸਾਨ ਆ, ਉਹ ਬਿਲਕੁਲ ਮਰਿਆ ਹੋਇਆ ਇਸ ਵੇਲੇ। ਜਿਸ ਤਰ੍ਹਾਂ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਜਾਂ ਖੇਤੀ ਵਿਭਿੰਨਤਾ ਦੀ ਗੱਲ ਕੀਤੀ, ਅੱਜ ਉਹ ਇੰਨਾ ਯੋਗ ਨਹੀਂ ਹੈ ਕਿ ਇਹ ਸਾਰਾ ਕੁਝ ਆਪਣੇ ਆਪ ਕਰ ਸਕੇ। ਕੀ ਤੁਸੀਂ ਸੋਚਦੇ ਹੋ ਕਿ ਸਰਕਾਰ ਉਹਨੂੰ ਸਹਾਰਾ ਦੇਊਗੀ, ਉਹਨੂੰ ਮੋਢਾ ਦੇਊਗੀ, ਉਹਦੇ ਲਈ ਕਰਜ਼ਾ ਮੁਹੱਈਆ ਕਰਵਾ ਸਕਦੀ ਹੈ? ਕਿਉਂਕਿ ਜਦੋਂ ਤੱਕ ਉਹ ਆਰਥਿਕ ਸਹਾਇਤਾ ਨਹੀਂ ਮਿਲਦੀ, ਕਿਸਾਨ ਇਸ ਵੇਲੇ ਕੁਝ ਵੀ ਨਹੀਂ ਕਰ ਸਕਦਾ। ਬਿਲਕੁਲ ਸੋਢੀ ਸਾਹਿਬ, ਇਹ ਨਾ ਕਿਸਾਨੀ ਦੀ ਜਿਹੜੀ ਸਹਾਇਤਾ ਦੀ ਤੌਰ ਤੇ ਜੋ ਸਰਕਾਰ ਕਰਦੀ ਹੈ, ਮੁੱਖ ਤੌਰ ਤੇ ਸਬਸਿਡੀਜ਼ ਦੇ ਰੂਪ ਚ ਕਰਦੀ ਹੈ। ਉਹ ਸਬਸਿਡੀਜ਼ ਨੂੰ ਉਹ ਸਾਡੀ ਜਿਹੜਾ ਸਬਸਿਡੀ ਸਿਸਟਮ ਆ ਜਾਂ ਉਹਦੇ ਜਿਹੜੇ ਪ੍ਰਤੀਮਾਨ ਨੇ, ਨਾ ਤਾਂ ਉਹ ਤਰਕ ਸੰਗਤ ਨੇ ਨਾ ਉਹ ਨਿਆਂ ਸੰਗਤ ਨੇ ਜੀ। ਤੇ ਮਿਸਾਲ ਦੇ ਤੌਰ ਤੇ ਜਿਹੜਾ ਸਾਡਾ ਪੰਪ ਸੈਟ ਨਾਲ ਇਰੀਗੇਸ਼ਨ ਅਸੀਂ ਜਿਹੜੀ ਕਰਦੇ ਹਾਂ, ਟਿਊਬਵੈਲਾਂ ਨਾਲ ਇਰੀਗੇਸ਼ਨ ਕਰਦੇ ਹਾਂ, ਉਹ 'ਚ ਸਭ ਤੋਂ ਸਸਤੀ ਬਿਜਲੀ ਨਾਲ ਇਰੀਗੇਸ਼ਨ ਪੈਂਦੀ ਸੀਗੀ ਤੇ ਸਭ ਤੋਂ ਮਹਿੰਗੀ ਡੀਜ਼ਲ ਨਾਲ ਪੈਂਦੀ ਆ। ਤੇ ਅਸੀਂ ਜਿਹੜਾ ਸਭ ਤੋਂ ਸਸਤੀ ਸੀ ਉਹਨੂੰ ਤਾਂ 100% ਸਬਸਿਡੀ ਕਰਤੀ, ਉਹਦੀ ਬਿਜਲੀ ਮਾਫ ਕਰਤੀ। ਤੇ ਜਿਹੜਾ ਸਭ ਤੋਂ ਮਹਿੰਗੀ ਡੀਜ਼ਲ ਵਾਲੀ ਉਹ ਗਰੀਬ ਮੁਕਾਬਲਤਨ ਗਰੀਬ ਕਿਸਾਨ ਸੀ, ਉਹਦੀ ਸਬਸਿਡੀ ਅਸੀਂ 0 ਹੀ ਰਹਿਣ ਦਿੱਤੀ ਜੀ। ਇਸੇ ਤਰ੍ਹਾਂ ਜਦੋਂ ਨਵੀਂ ਮਸ਼ੀਨਰੀ ਆਉਂਦੀ ਆ ਜਾਂ ਨਵੀਂ ਮਸ਼ੀਨਰੀ ਪ੍ਰਮੋਟ ਕਰਨੀ ਹੁੰਦੀ ਆ, ਵੱਡੇ ਕਿਸਾਨ ਨੇ ਪਹਿਲਾਂ ਲੈਣੀ ਹੁੰਦੀ ਆ, ਉਹਦੇ ਉੱਤੇ ਤਾਂ ਸਬਸਿਡੀ ਹੁੰਦੀ ਆ, ਛੋਟਾ ਲੈ ਹੀ ਨਹੀਂ ਸਕਦਾ, ਇਸ ਕਰਕੇ ਉਹਦਾ ਸਬਸਿਡੀ ਦਾ ਲਾਭ ਉੱਥੇ ਜਾਂਦਾ ਨਹੀਂ ਜੀ। ਜਾਂ ਦੂਜੇ ਸ਼ਬਦ ਕਹਿ ਲਓ ਕਿ ਸਬਸਿਡੀ ਦਾ ਜਾਂ ਸਰਕਾਰ ਦੀ ਸਹਾਇਤਾ ਜਿੱਥੇ ਪਹੁੰਚਣੀ ਚਾਹੀਦੀ ਆ ਉਦੋਂ ਉਲਟ ਥਾਂ ਤੇ ਪਹੁੰਚ ਜਾਂਦੀ ਆ। ਉਹ ਸਟਰਕਚਰ ਨੂੰ ਠੀਕ ਕਰਨ ਦੀ ਲੋੜ ਆ। ਜੇ ਟਿਊਬਵੈਲਾਂ ਦੀ ਅਸੀਂ ਦੇਖੀਏ ਸਬਸਿਡੀ, ਤੇ ਇਸ ਵੇਲੇ ਜਿੰਨੀ ਵੀ ਟਿਊਬਵੈਲਾਂ ਦੀ ਸਬਸਿਡੀ ਆ ਉਹ ਛੋਟੇ ਤੇ ਵੱਧ ਲੋੜਵੰਦ ਕੋਲ ਨਹੀਂ ਪਹੁੰਚਦੀ। ਉਹਦਾ ਇੱਕ ਤਰੀਕਾ ਸਾਰੀਆਂ ਸਬਸਿਡੀਆਂ ਨੂੰ ਜੋੜ ਲਿਆ ਜਾਵੇ। ਪੰਜਾਬ ਦੇ ਟਿਊਬਵੈਲ ਤੇ ਜਿੰਨੀ ਗਵਰਨਮੈਂਟ ਟੋਟਲ ਸਬਸਿਡੀ ਦਿੰਦੀ, ਪਲੱਸ ਜਿੰਨੀ ਮਸ਼ੀਨਰੀ ਤੇ ਦਿੰਦੀ, ਪਲੱਸ ਜਿੰਨੀ ਦਵਾਈਆਂ ਤੇ ਦਿੰਦੀ, ਪਲੱਸ ਜਿੰਨੀਆਂ ਵੀ ਚੀਜ਼ਾਂ ਤੇ ਦਿੰਦੀ, ਉਹਨੂੰ ਪਰ ਏਕੜ ਡਿਵਾਈਡ ਕਰ ਲਿਆ ਜਾਵੇ ਕਿ ਪਰ ਏਕੜ ਸਰਕਾਰ ਇੰਨੀ ਸਬਸਿਡੀ ਬਣ ਗਈ, ਤੇ ਪਰ ਏਕੜ ਹੀ ਦਿੱਤੀ ਜਾਵੇ ਕਿ ਜਿਹੜੇ ਕਲਟੀਵੇਟਰ ਦੇ ਨਾਂ ਤੇ ਜਿਹੜੀ ਗਦਾਵਰੀ ਹੋਵੇ ਉੱਥੇ ਖਾਨੇ ਵਿੱਚ ਉਹਦਾ ਬੈਂਕ ਅਕਾਊਂਟ ਹੋਵੇ ਤੇ ਉਹਦੇ ਹਿਸਾਬ ਨਾਲ ਉਹਨੂੰ ਜਾਵੇ। ਉਹਦੇ ਨਾਲ ਕੀ ਹੋਊਗਾ ਕਿ ਇਹ ਰੈਸ਼ਨਲ ਵੀ ਹੋਏਗੀ, ਜਸਟ ਵੀ ਹੋਏਗੀ, ਨਿਆਂ ਸੰਗਤ ਵੀ ਹੋਏਗੀ, ਤਰਕ ਸੰਗਤ ਵੀ ਹੋਏਗੀ। ਉਹਦੇ ਨਾਲ ਸਬਸਿਡੀ ਦਾ ਵਹਾਅ ਆ ਉਹ ਨਿਆਂਪੂਰਵਕ ਹੋਏਗਾ। ਇਹ ਬਹੁਤ ਜ਼ਰੂਰੀ ਆ। ਹੁਣ ਸਬਸਿਡੀ ਦੇ ਅਮਾਊਂਟ ਸਰਕਾਰ ਬਹੁਤ ਦਿੰਦੀ ਤੇ ਉਹ ਤੋਂ ਪਿੱਛੇ ਵੀ ਨਹੀਂ ਹਟ ਸਕਦੀ, ਤੇ ਪਰ ਉਹਦਾ ਲਾਭ ਉੱਥੇ ਹੋ ਨਹੀਂ ਰਿਹਾ ਜਿੱਥੇ ਹੋਣਾ ਚਾਹੀਦਾ ਆ, ਤੇ ਜਿਹਨੂੰ ਨਹੀਂ ਲੋੜ ਕੋਲ ਜਾਂਦੀ ਆ। ਤੇ ਇੱਕ ਤਾਂ ਇਹ ਜ਼ਰੂਰੀ ਆ ਕਰਨਾ। ਦੂਜਾ ਇਹਦੇ ਨਾਲ ਹੈ ਕਿ ਅਸੀਂ ਜਿਹੜੀ ਬਿਜਲੀ ਫ੍ਰੀ ਦਿੰਦੇ ਆ ਉਹਦੇ ਨਾਲ ਜਿਹੜੇ ਸਾਡੇ ਵਾਟਰ ਰਿਸੋਰਸਿਸ ਆ ਉਹਨਾਂ ਦੀ ਜਿਹੜੀ ਵਰਤੋਂ ਆ ਬਹੁਤ ਅੰਨੀ ਹੋ ਗਈ, ਜਿਹਦੇ ਕਰਕੇ ਸਾਡਾ ਜਿਹੜਾ ਵਾਟਰ ਟੇਬਲ ਆ ਝੋਨੇ ਦੇ ਕਰਕੇ ਬਹੁਤ ਥੱਲੇ ਚਲ ਗਿਆ। ਜਦੋਂ ਉਹ ਹੋਏਗੀ ਪਰ ਏਕੜ ਤੁਹਾਨੂੰ ਸਬਸਿਡੀ ਮਿਲੇਗੀ ਪਰ ਬਿਜਲੀ ਫ੍ਰੀ ਨਹੀਂ ਮਿਲੇਗੀ, ਤਾਂ ਮੈਂ ਉਹਦੀ ਕੰਜ਼ੰਪਸ਼ਨ ਬੜੀ ਸੰਜਮ ਨਾਲ ਕਰਾਂਗਾ, ਸਰਫੇ ਨਾਲ ਕਰਾਂਗਾ, ਮੇਰਾ ਵਾਟਰ ਟੇਬਲ ਵੀ ਇੰਪਰੂਵ ਹੋਏਗਾ, ਮੇਰੀ ਬਿਜਲੀ ਵੀ ਬਚੇਗੀ। ਬਿਜਲੀ ਬਚੇਗੀ ਤਾਂ ਮੇਰਾ ਥਰਮਲ ਦਾ ਕਾਰਬਨ ਐਮਿਸ਼ਨ ਵੀ ਘਟੇਗਾ ਤੇ ਉਹਦਾ ਇੱਕ এনवायरमेंटਲ ਜਿਹੜਾ ਪੋਜ਼ਿਟਿਵ ਇਫੈਕਟ ਵੀ ਹੋਏਗਾ। ਇਸ ਕਰਕੇ ਸਬਸਿਡੀ ਦੇ ਪੱਧਰ ਤੋਂ ਇਹਨੂੰ ਕਰੈਕਟ ਕਰਨਾ ਸ਼ੁਰੂ ਕੀਤਾ ਜਾਣਾ ਚਾਹੀਦਾ। ਫਿਰ ਅਸੀਂ ਜਦੋਂ ਇਹ ਫੰਡਾਮੈਂਟਲ ਚੀਜ਼ ਠੀਕ ਕਰ ਲਾਂਗੇ, ਫਿਰ ਉਸ ਤੋਂ ਬਾਅਦ ਦੂਜੀਆਂ ਸਹਾਇਤਾ ਤੇ ਦੂਜੀਆਂ ਸਪੋਰਟਾਂ ਵਾਲੇ ਹੀ ਸੋਚ ਸਕਦੇ ਹਾਂ। ਉਦੋਂ ਤੱਕ ਕਰਜ਼ੇ ਦਾ ਸੰਬੰਧ ਆ। ਇਸ ਵੇਲੇ ਕਿਸਾਨ ਡਰਦਾ ਹੈ ਮਲਟੀਨੈਸ਼ਨਲ ਜਾਂ ਵੱਡੀ ਸਰਮਾਏਦਾਰੀ ਤੋਂ ਡਰਦਾ ਹੈ ਕਿ ਉਹ ਸਾਡੇ ਕਾਰੋਬਾਰ ਨੂੰ ਖੜਪ ਜਾਊਗੀ। ਤੇ ਸਰਕਾਰ ਕੋਲ ਤਰਕ ਆ ਕਿ ਕਿਉਂਕਿ ਸਰਕਾਰ ਕੋਲ ਇਨਵੈਸਟਮੈਂਟ ਨਹੀਂ ਹੈ, ਉਹ ਤਾਂ ਇਨਵੈਸਟਰ ਨੇ ਇਨਵੈਸਟਮੈਂਟ ਕਰਨੀ ਹੈ। ਪਰ ਅਸੀਂ ਦੇਖੀਏ ਤਾਂ ਜਿੰਨਾ ਵੀ ਦੁਨੀਆ ਭਰ ਦਾ ਇਨਵੈਸਟਰ ਹੈ, ਕੋਈ ਵੀ ਜੇਬ ਚੋਂ ਨਹੀਂ ਕਰਦਾ, ਕੋਈ ਵੀ ਘਰੋਂ ਨਹੀਂ ਕਰਦਾ, ਉਹ ਵੀ ਬੈਂਕਾਂ ਤੋਂ ਹੀ ਲੈਂਦਾ। ਇਸ ਕਰਕੇ ਸਰਕਾਰ ਬੈਂਕਾਂ ਦੇ ਮਾਧਿਅਮ ਰਾਹੀਂ ਜਾਂ ਲੋਕਾਂ ਨੂੰ ਇਹਦੇ ਲਈ ਸਸ਼ਕਤ ਕਰ ਸਕਦੇ ਆ ਕਿ ਉਹ ਆਪ ਇਨਵੈਸਟਰ ਬਣਨ, ਬੈਂਕਾਂ ਦੀ ਸਹਾਇਤਾ ਨਾਲ ਇਨਵੈਸਟਰ ਬਣਨ ਤੇ ਆਪੋ ਆਪਣੀਆਂ ਪੌਕਟਾਂ ਵਿੱਚ ਜਿੱਥੇ ਜਿਵੇਂ ਗਰੇਵਾਲ ਸਾਹਿਬ ਨੇ
15-20 ਲਿਸਟਾਂ ਗਣਾਈਆਂ, ਜਿਵੇਂ ਮਲੇਰਕੋਟਲੇ ਦੇ ਇਲਾਕੇ 'ਚ ਸਬਜ਼ੀ ਹੋ ਸਕਦੀ ਹੈ, ਕਿਸੇ ਕੰਢੀ ਦੇ ਇਲਾਕੇ 'ਚ ਬਾਸਮਤੀ ਹੋ ਸਕਦੀ ਹੈ, ਕਿਤੇ ਕੁਝ ਹੋ ਸਕਦਾ। ਉਹਦੇ ਹਿਸਾਬ ਨਾਲ ਉਹਨਾਂ ਨੂੰ ਇੰਪਾਵਰ ਕੀਤਾ ਜਾਵੇ। ਫਾਈਨੈਂਸ਼ੀਅਲ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਤਕੜਾ ਕੀਤਾ ਜਾਵੇ, ਚਾਹੇ ਉਹ ਕੋਆਪਰੇਟਿਵ ਦੇ ਖੇਤਰ ਦੀਆਂ ਹੋਣ, ਚਾਹੇ ਉਹ ਸਰਕਾਰ ਦੇ ਖੇਤਰ ਦੀਆਂ ਹੋਣ। ਜੀ ਕੈਂਥ ਸਾਹਿਬ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ, ਜਫਰ ਸਾਹਿਬ ਨੇ ਕਿ ਸਬਸਿਡੀ ਦੀ ਗੱਲ ਕੀਤੀ, ਇੱਕ ਅਹਿਮ ਮੁੱਦਾ ਹੈ। ਉਹਨਾਂ ਨੇ ਗੱਲ ਕੀਤੀ ਹੈ ਕਿ ਜਿਸ ਨੂੰ ਲਾਭ ਸਬਸਿਡੀ ਦਾ ਪਹੁੰਚਣਾ ਚਾਹੀਦਾ ਉਸ ਤੱਕ ਲਾਭ ਨਹੀਂ ਜਾ ਰਿਹਾ। ਈਵਨ ਕਿ ਜਿਹੜਾ ਸਬਸਿਡੀ ਦਾ ਲਾਭ ਜਿਹੜੇ ਧਨਾੜ ਕਿਸਾਨ ਹੈ, ਜਿਹਨੂੰ ਕਹਿੰਦੇ ਵੱਡੇ ਕਿਸਾਨ ਹੈ, ਉਹ ਲੈ ਰਹੇ ਹੈ। ਤੁਸੀਂ ਕੀ ਸੋਚਦੇ ਇਸ ਪਾਲਿਸੀ ਨੂੰ ਵੀ ਇਹਦੇ 'ਚ ਵੀ ਸੁਧਾਰ ਲਿਆਉਣਾ ਚਾਹੀਦਾ? ਕਿਉਂਕਿ ਜਿੱਦਾਂ ਜਸਵੰਤ ਜੀ ਨੇ ਆਪਣੀ ਗੱਲ ਨੂੰ ਰੱਖਿਆ, ਗਰੇਵਾਲ ਸਾਹਿਬ ਜੀ ਨੇ ਰੱਖਿਆ, ਕਿਉਂਕਿ ਹਮੇਸ਼ਾ ਜਿਹੜੇ ਰਿਫਾਰਮਸ ਦਾ ਹੋਣੇ ਰਹਿਣੇ ਚਾਹੀਦੇ, ਟਾਈਮ ਟੂ ਟਾਈਮ ਸਬਸਿਡਾਈਜ਼ ਜਿੰਨੀ ਵੀ ਆਈਟਮਸ ਨੇ ਉਹਨਾਂ ਦੇ ਉੱਤੇ ਦਿੱਤੀ ਜਾ ਰਹੀ ਹੈ। ਲੇਕਿਨ ਜਿਹੜਾ ਮਾਰਜਨਲ ਹੈ ਜਾਂ ਸਮਾਲ ਫਾਰਮਰ ਹੈ, ਉਹਦੇ ਤੱਕ ਜਿਹੜੀ ਸਬਸਿਡੀ ਹੈ ਉਹਦਾ ਬਹੁਤਾ ਫਾਇਦਾ ਨਹੀਂ ਹੋ ਪਾ ਰਿਹਾ। ਜਿਹਦੇ ਕੋਲ 2 ਏਕੜ ਹੈ, 5 ਏਕੜ ਹੈ, 7 ਏਕੜ ਹੈ, ਉਹਨਾਂ ਕੋਲ ਐਸੇ ਵੀ ਪਿੰਡ ਨੇ, ਪਿੰਡਾਂ ਦੇ ਵਿੱਚ ਕਿਸਾਨ ਨੇ, ਗਰੀਬ ਨੇ, ਜਿਨ੍ਹਾਂ ਦੇ ਕੋਲ ਅੱਜ ਤੱਕ ਬੰਬੀ ਦਾ ਕਨੈਕਸ਼ਨ ਹੀ ਵੀ ਨਹੀਂ ਹੈ। ਲੇਕਿਨ ਉਹਨਾਂ ਨੂੰ ਦੂਸਰਿਆਂ ਤੇ ਨਿਰਭਰ ਹੋਣਾ ਪੈਂਦਾ। ਉਹਨਾਂ ਦੇ ਲਈ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਨੇ, ਕਿਉਂਕਿ ਉਹ ਉਹਨਾਂ ਨੂੰ ਵਧੀਆ ਉਹਨਾਂ ਤੱਕ ਅਪਰੋਚ ਨਹੀਂ ਕਰਦੀਆਂ, ਕਿਉਂਕਿ ਜਿਹੜੇ ਧਨਾਟ ਲੋਕ ਨੇ, ਤਕੜੇ ਲੋਕ ਨੇ, ਅਪਰੋਚੇਬਲ ਬੰਦੇ ਨੇ, ਉਹਨਾਂ ਬੈਨੀਫਿਟ ਲੈ ਜਾਂਦੇ ਨੇ। ਲੇਕਿਨ ਉਹਦੇ ਨਾਲ ਜਿਹੜੇ ਇਹ ਵਰਗ ਦੇ ਲੋਕ ਨੇ, ਗਰੀਬ ਵਰਗ ਹੈ, ਜਿਹੜਾ ਕਿਸਾਨ ਗਰੀਬ ਹੈ, ਕਿ ਬਹੁਤੀ ਜਿਹੜੀ ਉਹ ਕਿਸਾਨ ਨੇ ਜਿਹੜੇ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਜਿਹੜਾ ਥੋੜਾ ਬਹੁਤਾ ਕਰਜ਼ਾ ਲਿਆ, ਲੇਕਿਨ ਉਹ ਮਨੀ ਲੈਂਡਰ ਨੇ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤੀ ਕਿ ਲੋਕਾਂ ਨੂੰ ਉਹ ਤੋਂ ਸੁਸਾਈਡ ਕਰਨਾ ਪਿਆ। ਲੇਕਿਨ ਉਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਕ੍ਰੈਡਿਟ ਕਾਰਡ ਜਿਹੜਾ ਉਸ ਦੇ ਬਾਰੇ ਲੋਕਾਂ ਨੂੰ ਜਿਹੜਾ ਉਹਦੇ ਤੋਂ ਉਹਨਾਂ ਨੂੰ ਬੈਨੀਫਿਟਸ ਮਿਲਣਾ ਚਾਹੀਦਾ, ਕਿਉਂਕਿ ਕਾਰਨ ਇਹ ਹੈ ਕਿ ਜਿਹੜੀਆਂ ਪਾਲਿਸੀ ਪ੍ਰੋਗਰਾਮ ਬਣਦੇ ਨੇ ਉਹਨਾਂ ਮਾਰਜਨਲ ਜਾਂ ਸਮਾਲ ਫਾਰਮਰਸ ਤੱਕ ਨਹੀਂ ਪਹੁੰਚਦੇ, ਜਿਨ੍ਹਾਂ ਤੱਕ ਪਹੁੰਚਣ ਦੀ ਅਤਿਅੰਤ ਲੋੜ ਹੈ। ਕਿਉਂਕਿ ਉਹਦੇ ਨਾਲ ਹੀ ਜਿਹੜਾ ਉਹ ਸੁਧਾਰ ਆ ਸਕਦਾ ਹੈ। ਕਿਉਂਕਿ ਜਦੋਂ ਕਦੇ ਵੀ ਕੋਈ ਇਨਸੀਡੈਂਟ ਵਾਪਰਦਾ ਤਾਂ ਉਹ ਜਿਹੜਾ ਗਰੀਬ ਕਿਸਾਨ ਹੈ ਉਹਦੇ ਨਾਲ ਵਾਪਰਦਾ ਹੈ, ਔਰ ਉਹਦੇ ਆੜ ਵਿੱਚ ਜਿਹੜਾ ਵੱਡਾ ਕਿਸਾਨ ਹੈ ਉਹ ਬੈਨੀਫਿਟ ਲੈ ਲੈਂਦਾ। ਔਰ ਜਿਹੜੀ ਸਬਸਿਡੀ ਵੀ ਹੈ, ਸਬਸਿਡੀ ਜਿਸ ਤਰੀਕੇ ਨਾਲ ਦਾ ਵਿਤਰਨ ਹੁੰਦਾ, ਉਸ ਵਿਤਰਨ ਦੇ ਵਿੱਚ ਹੁਣ ਤਾਂ ਚਲੋ ਟ੍ਰਾਂਸਪੇਰੈਂਸੀ ਆ ਰਹੀ ਹੈ, ਪਹਿਲਾਂ ਇਦਾਂ ਦੀ ਪਾਰਦਰਸ਼ਤਾ ਨਹੀਂ ਸੀ। ਲੇਕਿਨ ਇਹ ਜਿਹੜਾ ਸਾਰਾ ਸਿਸਟਮ ਹੈ, ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਉਹਦੇ ਨਾਲ ਜਿਹੜੇ ਰਿਫਾਰਮਸ ਆ ਰਹੇ ਨੇ ਉਹਨਾਂ ਤੋਂ ਲੋਕਾਂ ਨੂੰ ਜਿਹੜਾ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਜਦੋਂ ਜਾਗਰੂਕ ਨਹੀਂ ਹੋਵਾਂਗੇ, ਉਹਨਾਂ ਦੇ ਲਈ ਜਿਸ ਤਰੀਕੇ ਨਾਲ ਜਿਹੜੀ ਕੋਆਪਰੇਟਿਵ ਜਿਹੜੀ ਮੂਵਮੈਂਟ ਹੈ ਉਹ ਚਲਾਣੀ, ਸਹਿਕਾਰਤਾ ਜਿਹੜੀ ਲਹਿਰ ਹੈ, ਜਿਹੜੀ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਉਹਨਾਂ ਨੂੰ ਆਲਰੇਡੀ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਿਆ ਹੋਇਆ, ਜਿਹੜਾ ਉਹ ਢਾਂਚਾ ਬਣਿਆ, ਉਸ ਢਾਂਚੇ ਨੂੰ ਥੋੜੇ ਉਹਦੇ ਵਿੱਚ ਰਿਫਾਰਮਸ ਲਿਆ ਕੇ ਜਿਹੜੇ ਮਾਰਜਨਲ ਕਿਸਾਨ ਹੈ ਉਹਨਾਂ ਨੂੰ, ਛੋਟੇ ਕਿਸਾਨ ਨੇ, ਉਹਨਾਂ ਨੂੰ ਉਹਦੇ ਨਾਲ ਜੋੜ ਕੇ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਹੈ, ਤਾਂ ਜੋ ਉਹਨਾਂ ਦੇ ਵਿੱਚ ਜਿਹੜੀ ਗੁਰਬਤ ਹੈ ਉਹਦੇ ਵਿੱਚੋਂ ਨਿਕਲ ਸਕਣ। ਕਿਉਂਕਿ 5-5, 10-10 ਜਿਹੜਾ ਉਹਨਾਂ ਵਿਅਕਤੀਆਂ ਦਾ ਗਰੁੱਪ ਬਣਾ ਕੇ, ਜਿਹੜਾ ਉਹਨਾਂ ਦੀ ਸੁਸਾਇਟੀਆਂ ਬਣਾ ਕੇ, ਉਹਨਾਂ ਨੂੰ ਜਿਹੜੀ ਹੈ ਸਰਕਾਰ ਹੈ ਜਿਹੜੀ ਉਹ ਸਪੋਰਟ ਕਰੇ, ਜਿਹਦੇ ਨਾਲ ਉਹ ਜਿਸ ਤਰ੍ਹਾਂ ਦੀ ਡਿਵਰਸਿਫਿਕੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਨਾਲ ਉਹਨਾਂ ਨੂੰ ਉਸ ਤਰ੍ਹਾਂ ਦੇ ਲਈ ਪ੍ਰੇਰਿਤ ਕੀਤਾ ਜਾਏ। ਜਿਹੜਾ ਦੁੱਧ ਉਤਪਾਦਕ ਹੈ ਉਹਦੇ ਨਾਲ ਰੋਜ਼ਾਨਾ ਤੁਹਾਨੂੰ ਪੈਸਾ ਮਿਲ ਸਕਦਾ। ਦੁੱਧ ਦੇ ਨਾਲ ਕਈ ਪ੍ਰੋਡਕਟ ਨੇ ਜਿਨ੍ਹਾਂ ਉਹ ਪ੍ਰੋਡਕਟ ਨੂੰ ਸੇਲ ਕਰਕੇ ਉਹਦਾ ਬੈਨੀਫਿਟ ਹੋ ਸਕਦਾ। ਇਸੇ ਤਰ੍ਹਾਂ ਵੈਜੀਟੇਬਲਸ ਨੇ, ਫਰੂਟਸ ਨੇ, ਉਹਨਾਂ ਤੋਂ ਉਤਸ਼ਾਹਿਤ ਕੀਤਾ ਜਾ ਸਕਦਾ। ਇਸੇ ਤਰੀਕੇ ਨਾਲ ਜਿਹੜੇ ਦੂਸਰੇ ਜਿਹੜੇ ਸਹਾਇਕ ਧੰਦੇ ਨੇ ਜਿਨ੍ਹਾਂ ਕੋਲ ਥੋੜੀ ਜ਼ਮੀਨ ਹੈ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ। ਕਿਉਂਕਿ ਕਾਰਨ ਇਹ ਹੈ ਕਿ ਜਿਹੜੇ ਅਸੀਂ ਸਕੀਮਸ ਲੈ ਕੇ ਆਉਂਦੇ ਹਾਂ ਜਾਂ ਜਿਹੜੀ ਜਿਸ ਤਰ੍ਹਾਂ ਦੇ ਅਸੀਂ ਵਧੀਆ ਪ੍ਰਬੰਧਨ ਦੇ ਸੋਚਦੇ ਹਾਂ, ਅਸੀਂ ਉਹ ਗਰੀਬ ਲੋਕਾਂ, ਗਰੀਬ ਕਿਸਾਨਾਂ ਤੱਕ, ਚਾਹੇ ਲੈਂਡਲੈਸ ਫਾਰਮਰ ਵੀ ਨੇ, ਜਿਹੜੇ ਐਬਸੈਂਟੀ ਲੈਂਡਲॉर्ड ਨੇ, ਉਹਨਾਂ ਦੀ ਲੈਂਡਲੈਸ ਫਾਰਮਰ ਜਿਹੜਾ ਉਹਨਾਂ ਤੇ ਖੇਤੀ ਕਰਦਾ, ਸਾਨੂੰ ਉਹਨਾਂ ਦੇ ਬਾਰੇ ਵੀ ਜਿਹੜਾ ਉਹ ਵਿਚਾਰ ਕਰਨਾ ਚਾਹੀਦਾ। ਇਹ ਸਾਰਾ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਜਿਵੇਂ ਪਿਗਰੀ ਦੀ ਹੈ ਨਾ, ਗੌਟ ਦੀ ਹੈ, ਇਹਨਾਂ ਦੀ ਜਿਹੜੀ ਐਸੀ ਜਿਹੜੀ ਆ ਬੋਰ ਉਹਨਾਂ ਦੀ ਉਹਦੇ ਉੱਤੇ ਅਸੀਂ ਆਪਣੀ ਜਿਹੜੀ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਸੁਧਾਰ ਲਿਆ ਕੇ ਉਹ ਜਿਹੜੀ ਪਾਲਿਸੀ ਪ੍ਰੋਗਰਾਮ ਹੈ ਜਿਹੜੇ ਸੈਂਟਰ ਸਰਕਾਰ ਦੀਆਂ ਨੇ, ਸਟੇਟ ਗਵਰਨਮੈਂਟ ਦੀਆਂ ਨੇ, ਕਿ ਜਿਹੜੀ ਇਹਨਾਂ ਦੇ ਬੈਨੀਫਿਸ਼ਰੀ ਨੇ ਉਹਨਾਂ ਨੂੰ ਪਾਲਿਸੀਜ਼ ਹੈ ਉਹਨਾਂ ਨੂੰ ਉਹਨਾਂ ਦੇ ਬਾਰੇ ਗਿਆਨ ਦੇਣਾ ਚਾਹੀਦਾ, ਜਾਣਕਾਰੀ ਦੇਣੀ ਚਾਹੀਦੀ ਹੈ। ਉਹ ਜਾਣਕਾਰੀ ਦੀ ਘਾਟ ਕਾਰਨ ਉਹ ਜਿਹੜਾ ਅੱਜ ਜਿਹੜਾ ਪੰਜਾਬ ਦੀ ਕਿਸਾਨੀ ਹੈ ਉਹ ਬੜੇ ਸੰਕਟ ਵਿੱਚ ਫਸੀ ਹੋਈ ਹੈ। ਉਹ ਦੋ ਚਿੱਤੀ ਵਿੱਚ ਹੈ
ਕਿ ਅਸੀਂ ਚਾਹੀਏ ਤਾਂ ਜਾਈਏ ਕਿੱਧਰ, ਉਹਨਾਂ ਨੂੰ ਰਸਤਾ ਨਹੀਂ ਦਿਖਦਾ। ਰਸਤੇ ਦਿਖਾਉਣ ਦੇ ਲਈ ਸਾਨੂੰ ਜਾਗਰੂਕਤਾ ਲੈ ਕੇ ਆਉਣੀ ਚਾਹੀਦੀ ਹੈ। ਜੀ ਗਰੇਵਾਲ ਸਾਹਿਬ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਛੋਟੇ ਫਾਰਮਰ ਦੀ ਗੱਲ ਕੀਤੀ, ਲੈਂਡਲੈਸ ਫਾਰਮਰ ਦੀ ਗੱਲ ਕੀਤੀ, ਜੇਕਰ ਗਰੇਵਾਲ ਸਾਹਿਬ ਜੇ ਮੰਡੀਕਰਨ, ਪ੍ਰਾਈਵੇਟ ਮੰਡੀਕਰਨ ਖਤਮ ਕਰ ਦਿੱਤਾ ਗਿਆ, ਕੀ ਤੂੰ ਸੋਚਦੇ ਹੋ ਕਿ ਜਿਹੜੀ ਸਰਕਾਰ ਹੈ ਉਹ ਖਾਸ ਕਰਕੇ ਆੜਤੀਏ ਦੀ, ਲੇਬਰ ਵਾਲਿਆਂ ਦੀ ਜਾਂ ਲੈਂਡਲੈਸ ਜਿਹੜੇ ਫਾਰਮਰ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਪਾਊਗੀ? ਦੇਖੋ ਸੋਢੀ ਸਾਹਿਬ, ਬਹੁਤ ਇੰਪੋਰਟੈਂਟ ਕੁਐਸਚਨ ਆ। ਅਸੀਂ ਦੋ ਢੰਗ ਨਾਲ ਇਸ ਬਾਰੇ ਸੋਚ ਰਹੇ ਹਾਂ। ਨੰਬਰ ਇੱਕ ਤੇ ਸਟੇਟ ਓਨਡ ਜਿਹੜਾ ਸਾਰਾ ਸਿਸਟਮ ਆ, ਕਿ ਸਟੇਟ ਸਾਰੇ ਐਗਰੀਕਲਚਰ ਦੇ ਪ੍ਰੋਗਰਾਮ ਨੂੰ ਚਲਾਏ। ਸਟੇਟ ਹੁਣ ਜੇ ਹੱਥ ਖਿੱਚ ਰਹੀ ਆ ਤਾਂ ਉਹਦਾ ਹੈ ਕਿ ਜਿਹੜੀ ਕਾਰਪੋਰੇਟ ਆ, ਜਿਹੜੀ ਮਾਰਕੀਟ ਆ, ਉਹ ਸਾਰੇ ਇਸ ਐਗਰੀਕਲਚਰ ਦੇ ਪ੍ਰੋਗਰਾਮ ਨੂੰ ਚਲਾਵੇ। ਤੇ ਦੇਖੋ ਜੇ ਆਪਾਂ ਦੋਨਾਂ ਨੂੰ ਸਟੱਡੀ ਕਰੀਏ, ਨੰਬਰ 1 ਹੁਣ ਤੱਕ ਅਸੀਂ ਸਟੇਟ ਦੁਆਰਾ ਚਲਾਈ ਜਾ ਰਹੀ ਐਗਰੀਕਲਚਰ ਦੀ ਜਿਹੜੀ ਸਟੇਟ ਕੰਟਰੋਲਡ ਐਗਰੀਕਲਚਰ ਸੀ ਉਹ ਦੇਖਦੇ ਆ ਰਹੇ ਹਾਂ, ਜਿਹਦਾ ਨਤੀਜਾ ਸਾਡੇ ਸਾਹਮਣੇ ਲੱਖਾਂ ਦੀ ਗਿਣਤੀ ਦੇ ਵਿੱਚ ਫਾਰਮਰਸ ਦੇ ਸੁਸਾਈਡਸ ਨੇ, ਇੰਡੈਪਟਡਨੈਸ ਆ, ਸਟੈਗਨੇਸ਼ਨ ਆਫ ਇਨਕਮਸ ਆ। ਜਿੰਨਾ ਵੀ ਕੁਝ ਅਸੀਂ ਦੇਖ ਰਹੇ ਹਾਂ, ਜਿੰਨਾ ਵੀ ਰੌਲਾ ਪੈ ਰਿਹਾ ਹੁਣ ਤੱਕ, ਉਹ ਸਾਰਾ ਉਸੇ ਹੀ ਮਤਲਬ ਵਿਵਸਥਾ ਦਾ ਪ੍ਰੋਗਰਾਮ ਆ, ਜਿਹਨੂੰ ਹੁਣ ਅਸੀਂ ਵਾਪਸ ਮਤਲਬ ਲਿਆਉਣ ਲਈ ਪੂਰਾ ਜ਼ੋਰ ਲਗਾ ਰਹੇ ਹਾਂ। ਮੈਂ ਨਹੀਂ ਕਹਿ ਰਿਹਾ ਕਿ ਜਿਹੜਾ ਨਵਾਂ ਪ੍ਰੋਗਰਾਮ ਆ ਉਹ ਬਹੁਤ ਰੈਵੋਲੂਸ਼ਨਰੀ ਆ, ਬਹੁਤ ਕੁਝ ਨਵੀਆਂ ਚੇਂਜਸ ਕਰੇਗਾ, ਪਰ ਜਿਹੜਾ ਪੁਰਾਣਾ ਸਿਸਟਮ ਆ ਉਹਦੇ ਵਿੱਚ ਉਹ ਬਿਲਕੁਲ ਰੋਟਨ ਸਿਸਟਮ ਆ। ਉਹਨੇ ਸਾਰਾ ਕੁਝ ਸਟੈਗਨੇਟ ਕਰਕੇ ਰੱਖ ਦਿੱਤਾ, ਫਾਰਮਰਸ ਨੂੰ ਸੁਸਾਈਡ ਲਈ ਮਜਬੂਰ ਕਰ ਦਿੱਤਾ, ਨਸ਼ਿਆਂ ਲਈ ਮਜਬੂਰ ਕਰ ਦਿੱਤਾ, ਕ੍ਰਾਈਮ ਦੇ ਵਿੱਚ ਲੈ ਗਿਆ ਉਹ ਸਾਰਾ ਕੁਝ। ਇਸ ਕਰਕੇ ਉਸ ਬਾਰੇ ਸੋਚਣਾ ਅੱਛੀ ਗੱਲ ਨਹੀਂ ਹੈ ਕਿ ਅਸੀਂ ਉਸੇ ਵਿਵਸਥਾ ਨੂੰ ਕਾਇਮ ਰੱਖਣ ਬਾਰੇ ਸੋਚੀਏ। ਦੂਸਰੀ ਸਥਿਤੀ ਇਹ ਆ ਕਿ ਕੀ ਅਸੀਂ ਕਾਰਪੋਰੇਟ ਤੇ ਡਿਪੈਂਡੈਂਟ ਹੋਣਾ? ਦੇਖੋ ਕਾਰਪੋਰੇਟ ਦੇ ਉੱਤੇ ਡਿਪੈਂਡੈਂਟ, ਕਾਰਪੋਰੇਟ ਦਾ ਜੇ ਅਸੀਂ ਕਰੈਕਟਰ ਦੇਖੀਏ ਜਿਹੜਾ 1991 ਤੋਂ ਬਾਅਦ ਬੜੇ ਵੱਡੇ ਸਕੇਲ ਦੇ ਉੱਤੇ ਇੰਟਰੋਡਿਊਸ ਹੋਇਆ, ਤੇ ਉਹਦੇ ਵਿੱਚ ਬਾਕੀ ਸਾਰੇ ਏਰੀਆ 'ਚ ਹੋ ਗਿਆ ਸੀ, ਐਗਰੀਕਲਚਰ ਦੇ ਵਿੱਚ ਨਹੀਂ ਸੀ ਹੋਇਆ ਇੰਟਰੋਡਿਊਸ ਇਹ ਜਿਹੜਾ ਨਿਊ ਲਿਬਰਲ ਪਾਲਿਸੀਜ਼ ਨੇ, ਕਿਉਂਕਿ ਸਰਕਾਰ ਨੂੰ ਆਪਣਾ ਮਤਲਬ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚਲਾਉਣ ਲਈ ਮਤਲਬ ਫੂਡ ਦੀ ਜ਼ਰੂਰਤ ਸੀਗੀ, ਜਿਹਦੇ ਕਰਕੇ ਇਹਨੂੰ ਮਤਲਬ ਉਹਦੇ ਕੰਟਰੋਲ 'ਚ ਰੱਖਿਆ ਗਿਆ। ਹੁਣ ਦੇਖਿਆ ਜਾਵੇ ਤਾਂ ਇਸ ਵੇਲੇ ਵੀ ਐਗਰੀਕਲਚਰ ਦੇ 3 ਡਿਵੀਜ਼ਨ ਨੇ। ਨੰਬਰ 1 ਜਿਹੜਾ ਇਨਪੁਟਸ ਦਾ ਸਾਰਾ ਕੰਮਕਾਰ ਆ ਉਹ ਸਾਰੇ ਦਾ ਸਾਰਾ ਕਾਰਪੋਰੇਟ ਦੇ ਹੱਥ 'ਚ ਹੀ ਹੈ ਇਸ ਵੇਲੇ। ਨੰਬਰ 2 ਤੇ ਜਿਹੜਾ ਬਹੁਤ ਰਿਸਕੀ ਕੰਮ ਆ ਕ੍ਰੌਪ ਪ੍ਰੋਡਕਸ਼ਨ ਦਾ, ਉਹ ਫਾਰਮਰਸ ਕੋਲ ਆ, ਕਿਉਂਕਿ ਕਿਸੇ ਵੇਲੇ ਕ੍ਰੌਪ ਨੂੰ ਕੋਈ ਪ੍ਰੋਬਲਮ ਆ ਜਾਣੀ ਆ, ਕਿਸੇ ਨੂੰ ਕੋਈ ਆ ਜਾਣੀ ਆ, ਇਸ ਕਰਕੇ ਨਾ ਉਹਨੂੰ ਸਟੇਟ ਲੈਣਾ ਚਾਹੁੰਦੀ ਆ, ਨਾ ਉਹਨੂੰ ਕਾਰਪੋਰੇਟ ਲੈਣਾ ਚਾਹੁੰਦੀ ਆ। ਤੀਸਰਾ ਜਿਹੜਾ ਹੈਗਾ ਉਹ ਹੈਗਾ ਜਿਹੜਾ ਇਹਦਾ ਮਤਲਬ ਆਪਣਾ ਮਾਰਕੀਟਿੰਗ ਦਾ ਜਾਂ ਸਾਰਾ ਉਹ ਸਟੇਟ ਨੇ ਓਨ ਕੀਤਾ ਹੋਇਆ। ਸੋ ਇਹ 3 ਸਿਸਟਮ ਦੇ ਵਿੱਚ ਸੀ। ਹੁਣ ਮਤਲਬ ਕਾਫੀ ਹੱਦ ਤੱਕ ਇਹ ਸੋਚਿਆ ਜਾ ਰਿਹਾ, ਨਵੇਂ ਪਾਲਿਸੀਜ਼ ਆਈਆਂ ਨੇ ਕਿ ਸ਼ਾਇਦ ਸਰਕਾਰ ਦੀ ਇਹ ਇੱਛਾ ਹੈਗੀ ਆ ਕਿ ਸਾਰਾ ਕੁਝ ਕੰਮ ਕਾਰਪੋਰੇਟ ਦੇ ਹਵਾਲੇ ਕਰ ਦਿੱਤਾ ਜਾਵੇ। ਜਿੱਥੋਂ ਤੱਕ ਮੇਰਾ ਪਰਸਨਲ ਵਿਊ ਆ, ਜਿੱਥੋਂ ਤੱਕ ਇਸ ਪਾਰਟਿਕੂਲਰ ਪਾਲਿਸੀ ਜਿਹਦਾ ਅਸੀਂ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਵਿੱਚ ਮੈਂ ਸਮਝਦਾ ਕਿ ਕਿਸਾਨ ਦਾ ਭਲਾ ਨਾ ਸਰਕਾਰ ਪਾਰਟਿਕੂਲਰਲੀ ਬਿਊਰੋਕ੍ਰੇਸੀ ਕਰ ਸਕਦੀ ਆ, ਤੇ ਨਾ ਹੀ ਜਿਹੜਾ ਕਿਸਾਨ ਦਾ ਭਲਾ ਉਹ ਕਾਰਪੋਰੇਟ ਸੈਕਟਰ ਕਰ ਸਕਦਾ ਹੈ। ਹਾਂਜੀ, ਦੋਨੋਂ ਪਾਸੇ ਜਿਹੜੀ ਤਾਂ ਸਰਕਾਰ ਵਾਲਾ ਜਿਹੜਾ ਐਗਜ਼ਿਸਟਿੰਗ ਸਿਸਟਮ ਆ ਜਿਹਦੇ 'ਚ ਲੋਕ ਸੁਸਾਈਡ ਕਰ ਰਹੇ ਨੇ, ਉਹਦੇ ਰਾਹੀਂ ਪੰਜਾਬ ਮਰ ਰਿਹਾ। ਕਿਉਂਕਿ ਜਿਵੇਂ ਆਪਾਂ ਦੇਖ ਰਹੇ ਹਾਂ, ਜਿਵੇਂ ਜ਼ਫਰ ਸਾਹਿਬ ਨੇ ਵੀ ਦੱਸਿਆ, ਸਾਰੇ ਪਾਸੇ ਗੱਲਬਾਤ ਚੱਲ ਰਹੀ ਆ ਕਿ ਮੌਜੂਦਾ ਸਿਸਟਮ ਨੇ ਸਾਡਾ ਜਿਹੜਾ ਇਕੋ ਸਿਸਟਮ ਆ ਬਿਲਕੁਲ ਬਰਬਾਦ ਕਰ ਦਿੱਤਾ, ਤੇ ਜਿਹਦੇ ਵਿੱਚ ਪਾਣੀ ਵੀ ਨਹੀਂ ਹੈ, ਬੜੇ ਪੱਧਰ ਤੇ ਬਿਮਾਰੀਆਂ ਫੈਲ ਰਹੀਆਂ ਨੇ, ਬਹੁਤ ਸਾਰੀਆਂ ਪ੍ਰੋਬਲਮਸ ਨੇ ਜੀ ਤੋਂ ਪੰਜਾਬ ਦਾ ਬੱਚਾ ਜਾਣੂ। ਸੋ ਉਹ ਪ੍ਰਬੰਧ ਵੀ ਨਹੀਂ ਠੀਕ ਹੈ। ਤੇ ਦੂਸਰੇ ਪਾਸੇ ਜਿਹੜਾ ਹੈਗਾ ਕਾਰਪੋਰੇਟ, ਉਹਦੇ ਨਾਲ ਇਹ ਮਤਲਬ ਖਦਸ਼ਾ ਹੈ ਕਿ ਜਿਹੜੀਆਂ ਡਿਸਪੈਰਿਟੀ ਆ, ਜਿਹੜੀਆਂ ਇਨਕਮਸ ਦੇ ਵਿੱਚ ਡਿਫਰੈਂਸ ਆ ਜਿਹੜਾ, ਉਹ ਬਹੁਤ ਵੱਡੇ ਸਕੇਲ ਦੇ ਉੱਤੇ ਵੱਧ ਜਾਏਗਾ। ਜਦੋਂ ਅਸੀਂ ਬਾਕੀ ਸੁਸਾਇਟੀ ਵੱਲ ਦੇਖਦੇ ਹਾਂ, ਬਾਕੀ ਸੈਕਟਰਸ ਵੱਲ ਦੇਖਦੇ ਹਾਂ, ਤੇ ਅਸੀਂ ਦੇਖਦੇ ਹਾਂ ਕਿ ਇਹ ਗਰੀਬ ਅਮੀਰ ਦਾ ਜਿਹੜਾ ਫਰਕ ਆ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਸੋ ਅਸੀਂ ਮੇਰੀ ਸੋਚ ਇਹ ਆ, ਸਾਡੀ ਸਾਰੇ ਗਰੁੱਪ ਦੀ ਸੋਚ ਇਹ ਆ ਕਿ ਪੰਜਾਬ ਨੂੰ ਇੱਕ ਨਵੀਂ ਕਿਸਮ ਦੀ ਵਿਵਸਥਾ ਦੀ ਜ਼ਰੂਰਤ ਹੈਗੀ ਆ, ਜਿਹਨੂੰ ਮੈਂ ਕੋਆਪਰੇਟਿਵ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਕਿ ਕੋਆਪਰੇਟਿਵ ਸਿਸਟਮ ਜਿਹੜਾ ਸਰਕਾਰੀ ਕੰਟਰੋਲ ਥੱਲੇ ਚੱਲ ਰਿਹਾ, ਉਹ ਵੀ ਉਹੋ ਜਿਹਾ ਬਿਊਰੋਕ੍ਰੈਟਿਕ ਸਿਸਟਮ ਆ ਜਿਹੜਾ ਜਿਹਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਜਾਂ ਹੋਰ ਇਹ ਸਾਰੇ ਸਿਸਟਮ ਹੈਗੇ ਨੇ ਜਿਹੜੇ ਸਰਕਾਰੀ ਡਿਪਾਰਟਮੈਂਟ। ਸੋ ਇੱਕ ਕਿਸਾਨਾਂ ਦੀ ਪੱਧਰ ਦੇ ਉੱਤੇ ਹੀ, ਕਮਿਊਨਿਟੀ ਦੀ ਪੱਧਰ ਦੇ ਉੱਤੇ ਹੀ ਇੱਕ ਵਿਵਸਥਾ
ਕ੍ਰੀਏਟ ਕਰਨ ਦੀ ਜ਼ਰੂਰਤ ਆ। ਇਹ ਵਿਵਸਥਾ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਨਵੀਂ ਕਿਸਮ ਦੀ ਚੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਇਹ ਬਹੁਤ ਸਭ ਤੋਂ ਜਿਹੜੇ ਇਸ ਵੇਲੇ ਕਾਮਯਾਬ ਵਿਵਸਥਾ ਉਹ ਇਸੇ ਨੂੰ ਕਿਹਾ ਜਾ ਸਕਦਾ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਮੈਂ ਉਹਦੀ ਐਗਜ਼ਾਮਪਲ ਲੈਣਾ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਤੇ ਵਿਕੀਪੀਡੀਆ ਦੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇੱਕ ਐਸੀ ਵਿਵਸਥਾ, ਇੱਕ ਐਸਾ ਸਿਸਟਮ ਆ ਨੌਲੇਜ ਪ੍ਰੋਡਕਸ਼ਨ ਦਾ ਤੇ ਨੌਲੇਜ ਦੀ ਡਿਸੈਮੀਨੇਸ਼ਨ ਦਾ, ਜਿਹੜਾ ਕਾਰਪੋਰੇਟ ਦੇ ਅਧੀਨ ਚੱਲ ਰਿਹਾ। ਤੇ ਦੂਸਰੇ ਪਾਸੇ ਵਿਕੀਪੀਡੀਆ ਇੱਕ ਐਸਾ ਜਿਹੜਾ ਕਮਿਊਨਿਟੀ ਦੇ ਲੈਵਲ ਦੇ ਉੱਤੇ ਚੱਲ ਰਿਹਾ। ਕਮਿਊਨਿਟੀ ਜਿਹੜੀ ਰਾਈਟਰਸ ਦੀ ਆ, ਥਿੰਕਰਸ ਦੀ ਆ, ਲਰਨਰਸ ਦੀ ਆ, ਟੀਚਰਸ ਦੀ ਆ, ਉਹ ਰਿਸਰਚਰਸ ਦੀ ਆ, ਉਹ ਖੁਦ ਹੀ ਲਿਖਦੇ ਨੇ, ਖੁਦ ਹੀ ਉਹਨੂੰ ਸਰਵ ਕਰਦੇ ਨੇ ਤੇ ਖੁਦ ਹੀ ਪੜ੍ਹਦੇ ਨੇ, ਖੁਦ ਹੀ ਅਪਡੇਟ ਕਰਦੇ ਨੇ। ਸੋ ਇਹਦੇ ਹਿਸਾਬ ਨਾਲ ਜਦੋਂ ਅਸੀਂ ਦੇਖ, ਔਰ ਮੁਫਤ ਸਾਰਾ ਕੁਝ ਚੱਲ ਰਿਹਾ ਹੋ, ਇੱਕ ਕਿਸਮ ਦਾ ਗਿਆਨ ਦਾ ਲੰਗਰ ਚੱਲ ਰਿਹਾ ਹੋ। ਸੋ ਇਸ ਕਿਸਮ ਦੀ ਜਿਹੜੀ ਵਿਵਸਥਾ, ਨਵੀਂ ਵਿਵਸਥਾ ਪੈਦਾ ਹੋ ਰਹੀ ਆ, ਜਿਹਨੂੰ ਆਪਾਂ ਇੱਕ ਖਾਸ ਕਿਸਮ ਦੀ ਕਮਿਊਨਿਟੀ ਬੇਸਡ ਜਿਹੜੀ ਪਲੇਟਫਾਰਮ ਵਿਵਸਥਾ ਹੈਗੀ, ਉਹਦੇ ਅਧੀਨ ਜੇ ਅਸੀਂ ਇਹਨੂੰ ਚਲਾਵਾਂਗੇ ਤਾਂ ਮੈਂ ਸਮਝਦਾ ਕਿ ਇਹਦੀ ਨਾ ਤਾਂ ਮਤਲਬ ਉਸ ਵਿਵਸਥਾ ਨੂੰ ਨਾ ਸਰਕਾਰ ਕੰਪੀਟ ਕਰ ਸਕੇਗੀ, ਨਾ ਹੀ ਕਾਰਪੋਰੇਟਸ ਕੰਪੀਟ ਕਰ ਸਕੇਗਾ। ਜਦੋਂ ਸਾਰੇ ਕਿਸਾਨ ਰਲ ਮਿਲ ਕੇ ਆਪੋ ਆਪ, ਜਦੋਂ ਹਰ ਕਿਸਾਨ ਇੱਕ, ਤੁਸੀਂ ਜਿਵੇਂ ਵਪਾਰੀ ਦੀ ਗੱਲ ਕੀਤੀ ਸੀ, ਉਹ ਇੱਕ ਬਿਜ਼ਨਸਮੈਨ ਦੀ ਸੋਚ ਰੱਖਣੀ ਪਊਗੀ ਕਿਸਾਨ ਨੂੰ। ਹਾਂ, ਉਹ ਇੱਕ ਐਂਟਰਪ੍ਰੈਨਿਓਰ ਬਣੇਗਾ। ਉਹ ਜਿਹੜਾ ਹਰ ਪਿੰਡ ਆ ਉਹ ਇੱਕ ਬ੍ਰਾਂਡ ਬਣ ਜਾਏਗਾ, ਹਰ ਘਰ ਆ ਜਿਹੜਾ ਇੱਕ ਬਿਜ਼ਨਸ ਹਾਊਸ ਬਣ ਜਾਏਗਾ। ਸੋ ਇਸ ਤਰ੍ਹਾਂ ਨਾਲ ਅਸੀਂ ਮਤਲਬ ਸਾਰੀ ਚੀਜ਼ ਨੂੰ ਨਵੇਂ ਢੰਗ ਨਾਲ ਆਰਗੇਨਾਈਜ਼ ਕਰਨ ਦਾ ਜਿਹੜਾ ਇੱਕ ਮੋਡ ਆ, ਜਿਹੜੀ ਇੱਕ ਵਿਵਸਥਾ, ਉਹਦੇ ਬਾਰੇ ਉਹਨੂੰ ਕਿਵੇਂ ਮਤਲਬ ਆਪਰੇਸ਼ਨਲਾਈਜ਼ ਕੀਤਾ ਜਾ ਸਕਦਾ, ਇਹਦੇ ਬਾਰੇ ਅਸੀਂ ਸੋਚ ਵਿਚਾਰ ਕਰ ਰਹੇ ਹਾਂ। ਔਰ ਇਸ ਪਾਲਿਸੀ ਦੇ ਵਿੱਚ ਇਹੀ ਚੀਜ਼ ਲੈ ਕੇ ਸਾਹਮਣੇ ਆ ਰਹੀ ਹੈ। ਜੀ ਜਫਰ ਸਾਹਿਬ, ਜਿਸ ਤਰ੍ਹਾਂ ਅਸੀਂ ਇਹ ਦੇਖਿਆ ਕਿ ਨਵੀਂ ਜਿਹੜੀ ਖੇਤੀ ਨੀਤੀ ਆਈ, ਉਹਦੇ ਵਿੱਚ ਇਸ ਵੇਲੇ ਜੇ ਦੇਖੀਏ ਤਾਂ ਕਿਸਾਨ ਦੇ ਜ਼ਿਹਨ ਦੇ ਵਿੱਚ ਇੱਕ ਬਹੁਤ ਵੱਡਾ ਡਰ ਹੈ ਕਿ ਜਿਹੜਾ ਖਾਸ ਕਰਕੇ ਜਿਹੜਾ ਛੋਟਾ ਕਿਸਾਨ ਹੈ, ਕਿ ਅਸੀਂ ਜਿਹੜੇ ਆਪਦੇ ਮਾਲਕੀ ਦੇ ਹੱਕ ਗਵਾ ਬੈਠਾਂਗੇ। ਮਾਲਕੀ ਦੇ ਹੱਕ ਮੀਨ ਉਹਨਾਂ ਨੂੰ ਇਹ ਖਤਰਾ ਹੈ ਕਿ ਜੇ ਅਸੀਂ ਜ਼ਮੀਨ ਠੇਕੇ ਤੇ ਦੇਤੀ, ਕੋਈ ਕਾਰਪੋਰੇਟ ਸੈਕਟਰ ਉਹ ਵਾਹੁਣ ਲੱਗ ਪਿਆ, ਉਹ ਕੱਲ ਨੂੰ ਉਸੇ ਜ਼ਮੀਨ ਤੇ ਲੋਨ ਲੈ ਲੂਗਾ ਤੇ ਅਸੀਂ ਬਰਬਾਦ ਹੋ ਜਾਵਾਂਗੇ। ਹਾਂ, ਸੋਢੀ ਸਾਹਿਬ, ਦੋ ਗੱਲਾਂ ਨੇ। ਤੁਸੀਂ ਛੋਟਾ ਕਿਸਾਨ ਸ਼ਬਦ ਜਦੋਂ ਵਰਤਿਆ ਤੇ ਇੱਕ ਮੈਂ ਕਿਉਂਕਿ ਪਾਵਰ ਸੈਕਟਰ 'ਚ ਕੰਮ ਕਰਦਾ, ਮੇਰੇ ਇੱਕ ਗੱਲ ਹੋਰ ਧਿਆਨ 'ਚ ਆ ਰਹੀ ਸੀ ਕੈਂਸ ਸਾਹਿਬ ਦੀ ਗੱਲ ਨਾਲ ਜੁੜਦੀ, ਕਿ ਜਿਹੜੇ ਛੋਟੇ ਕਿਸਾਨ ਨੇ 1 2 ਏਕੜ ਵਾਲੇ, ਉਹਨਾਂ ਤੱਕ ਸਰਕਾਰ ਦੀ ਸਹਾਇਤਾ ਕਿਵੇਂ ਪਹੁੰਚੇ। ਤਾਂ ਉਹ ਮੇਰੇ ਧਿਆਨ 'ਚ ਆ ਰਹੀ ਸੀ ਕਿ ਜਿੱਥੋਂ ਤੱਕ ਬਿਜਲੀ ਦਾ ਸੰਬੰਧ ਆ, ਕਿ ਜਿਹੜਾ ਛੋਟਾ ਕਿਸਾਨ ਹੈ ਉਹਨੂੰ ਵੱਡਾ ਟਿਊਬਵੈੱਲ ਲੈਣਾ ਵਾਇਬਲ ਨਹੀਂ ਹੈ, ਉਹ ਉਹਨਾਂ ਲਾਈਨ ਖਰਚਾ ਨਹੀਂ ਦੇ ਸਕਦਾ। ਤੇ ਉਹਦੇ ਲਈ ਇੱਕ ਨਵੀਂ ਸਾਡੇ ਕੋਲ ਗ੍ਰੀਨ ਪਾਵਰ ਹੈਗੀ ਆ, ਜਿਹੜੀ ਸੋਲਰ એનર્ਜੀ ਬੜੀ ਡਿਵੈਲਪ ਹੋ ਰਹੀ ਆ। ਉਹਦੇ ਲਈ ਛੋਟਾ ਟਿਊਬਵੈੱਲ ਲਾਉਣ ਲਈ ਉਹਨੂੰ ਸਬਸਿਡਾਈਜ਼ ਕੀਤਾ ਜਾਵੇ, ਕਿਉਂਕਿ ਉਹਨੂੰ ਅਦਰਵਾਈਜ਼ ਟਿਊਬਵੈੱਲ ਦੀ ਸਬਸਿਡੀ ਨਹੀਂ ਮਿਲਦੀ। ਇਹ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ। ਮੈਂ ਜਿੱਥੋਂ ਤੱਕ ਸੰਬੰਧ ਆ ਕਿਸਾਨ ਦੇ ਡਰ ਦਾ, ਉਹ ਬੜਾ ਵਾਜਬ ਡਰ ਆ। ਸਾਡੇ ਤੋਂ ਜਿਵੇਂ ਆਮ ਪਸ਼ੂਆਂ ਦੇ ਉੱਤੇ ਪੰਛੀ ਬਹਿ ਜਾਂਦੇ ਆ, ਬੰਦੇ ਕੋਲ ਪੰਛੀ ਨਹੀਂ ਆਉਂਦਾ, ਕਿਉਂਕਿ ਸਾਡੀ ਰੈਪੂਟੇਸ਼ਨ ਠੀਕ ਨਹੀਂ ਹੈ ਸਾਡੇ ਬਾਰੇ। ਪੰਛੀਆਂ ਨੂੰ ਉਹਨਾਂ ਨੂੰ ਉਹਨਾਂ ਦੇ ਐਂਸੈਸਟਰਸ ਨੇ ਉਹਨਾਂ ਨੇ ਦੱਸਿਆ ਹੋਇਆ ਕਿ ਇਹ ਬੰਦੇ ਠੀਕ ਨਹੀਂ ਹੁੰਦੇ। ਇਸੇ ਤਰ੍ਹਾਂ ਜਿਹੜਾ ਸਾਡੇ ਕਾਰਪੋਰੇਟ ਦੇ ਵਿੱਚ ਲੁੱਟ ਖਸੁੱਟ ਬਹੁਤ ਚੱਲੀ ਪਿਛਲੇ 5-10 ਸਾਲਾਂ 'ਚ, ਤੇ ਬੇਹਿਸਾਬੀ ਚੱਲੀ ਨਾ, ਕਿੰਨਾ ਲੋਕਾਂ ਦਾ ਅਰਬਾਂ ਖਰਬਾਂ ਤੋਂ ਗਾਂਹ ਪਤਾ ਨਹੀਂ ਜਿਹੜੀਆਂ ਰਕਮਾਂ ਹੁੰਦੀਆਂ ਜਿਹਨਾਂ ਸਾਨੂੰ ਹਿਸਾਬ ਹੀ ਨਹੀਂ ਹੈਗਾ, ਉਹ ਵੀ ਲੁੱਟ ਕੇ ਲੈ ਗਏ। ਤੇ ਉਹ ਸਾਰੇ ਕਾਰਪੋਰੇਟ ਦੇ ਬੰਦੇ ਸੀ। ਸਰਕਾਰਾਂ ਦਾ ਵੀ ਐ ਹੋ ਗਿਆ ਕਿ ਬੇਵਿਸ਼ਵਾਸੀ ਬੇਇਤਬਾਰੀ ਬਹੁਤ ਵੱਧ ਗਈ ਲੋਕਾਂ ਦੀ। ਉਹ ਕਿਉਂਕਿ ਸਰਕਾਰਾਂ ਨੂੰ ਸੱਤਾ ਚਾਉਣ ਲਈ ਬਹੁਤ ਕੁਝ ਕਹਿਣਾ ਪੈਂਦਾ, ਜੇ ਉਹ ਕਹਿਣ ਨਾ ਤਾਂ ਵੋਟ ਨਹੀਂ ਪੈਂਦੀ, ਤੇ ਉਹ ਇੰਨਾ ਬਹੁਤਾ ਕੁਝ ਹੁੰਦਾ ਜਿਹੜਾ ਮਟੀਰੀਅਲਾਈਜ਼ ਨਹੀਂ ਹੋ ਸਕਦਾ। ਇਸ ਕਰਕੇ ਕਿ ਗੈਪ ਹੋ ਗਿਆ ਬਿਹਾਰ ਦੇ ਵਿੱਚ ਤੇ ਵਿਸ਼ਵਾਸ ਦੇ ਵਿੱਚ। ਇਸ ਕਰਕੇ ਜਿਹੜਾ ਇਹ ਕਿਸਾਨ ਦਾ ਖਦਸ਼ਾ ਦੇ ਕਾਰਨ ਨੇ ਜਿਹੜੇ ਵੱਡੇ ਵਾਜਬ ਨੇ, ਖਦਸ਼ਾ ਭਾਵੇਂ ਵਾਜਬ ਨਹੀਂ ਹੈ। ਤੇ ਇਸ ਕਰਕੇ ਸਭ ਤੋਂ ਵੱਡੀ ਲੋੜ ਤਾਂ ਇਹ ਹੁੰਦੀ ਕਿ ਨਵੀਂ ਜਦੋਂ ਪਾਲਿਸੀ ਆਵੇ, ਜਿਹਨੂੰ ਅਸੀਂ ਇਨਰੋਲਮੈਂਟ ਕਹਿੰਦੇ ਹਾਂ, ਇਨਰੋਲ ਕੀਤਾ ਜਾਵੇ ਉਹਨਾਂ ਨੂੰ। ਜਿੱਦਾਂ ਹੁਣ ਗਰੇਵਾਲ ਸਾਹਿਬ ਤੇ ਜਿਹੜੀ ਮਨ 'ਚ ਹੀ ਗੱਲ ਆਈ ਆ, ਉਹਦੇ ਲਈ ਅਸੀਂ 4 ਬੰਦੇ ਗੱਲ ਕਰ ਰਹੇ ਹਾਂ। ਤੇ ਸਰਕਾਰ ਦੇ ਪੱਧਰ ਤੇ ਜਿਹੜੀ ਵੀ ਗੱਲ ਮਨ 'ਚ ਆਉਂਦੀ ਸੀ, ਉਹ ਵੱਡੇ ਪੱਧਰ ਤੇ ਲੋਕਾਂ ਨਾਲ ਸ਼ੇਅਰ ਹੋਣੀ ਚਾਹੀਦੀ। ਉਹਨਾਂ ਤੋਂ ਹੀ ਪੁੱਛਿਆ ਜਾਵੇ ਕਿ ਤੁਹਾਡੇ ਲਈ ਅਸੀਂ ਕੀ ਕਰੀਏ। ਹੁਣ ਕਰਨ ਵਾਲੇ ਆਪਣੇ ਜਦੋਂ ਸੋਚਦੇ ਆ ਕਿ ਅਸੀਂ ਲੋਕਾਂ ਲਈ ਬਹੁਤ ਚੰਗਾ ਕਰ ਰਹੇ ਹਾਂ, ਤੇ ਜਿਨ੍ਹਾਂ ਵਾਰੇ ਹੋ ਰਿਹਾ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਨਾਲ ਦੁਸ਼ਮਣੀ ਹੋ ਰਹੀ ਆ, ਸਾਡੀ ਲੁੱਟ ਖਸੁੱਟ ਹੋ ਰਹੀ ਆ, ਤੇ ਸਾਨੂੰ ਤਬਾਹ ਕੀਤਾ ਜਾਣ ਲੱਗਾ। ਇਹ ਗੈਪ ਬਹੁਤ ਵੱਡਾ ਹੋ ਗਿਆ। ਇਹ ਬਹੁਤ ਸੋਸ਼ਲ ਕਾਰਨ ਵੀ ਹੋ ਗਿਆ ਇਹਦੇ, ਤੇ ਪੋਲੀਟੀਕਲ ਕਾਰਨ ਵੀ ਹੋ ਗਿਆ। ਉਹਦਾ ਕਾਰਨ ਵੀ ਇਹੀ ਹੋ ਗਿਆ ਕਿ ਸਰਕਾਰਾਂ ਨੂੰ ਬਹੁਤਾ ਕੁਝ ਲੁਕਾਉਣਾ ਪੈ ਗਿਆ ਲੋਕਾਂ ਤੋਂ, ਕਿਉਂਕਿ ਜਿੰਨੀ ਇੰਡੈਪਟਡਨੈਸ ਸਟੇਟ ਦੀ ਆ ਉਹ ਤਾਂ ਬਹੁਤ ਡਰਾਉਣੀਆਂ। ਇਹਦੇ ਬਾਵਜੂਦ ਬਹੁਤ ਬੜੇ ਪ੍ਰੋਮਿਸਿਸ ਕਰਨੇ ਪੈਂਦੇ, ਬੜੀਆਂ ਸਬਸਿਡੀਆਂ ਦੇਣੀਆਂ ਪੈਂਦੀਆਂ, ਜਾਂ ਹੋਰ ਕਿੰਨਾ ਕੁਝ ਕਰਨਾ ਪੈਂਦਾ। ਇਹਦੇ ਲਈ ਇੱਕ ਤਾਂ ਹਕੀਕੀ ਸਥਿਤੀ ਆ ਜਿਹੜੀ ਸਰਕਾਰ ਦੀ ਵੀ ਤੇ ਲੋਕਾਂ ਦੀ ਵੀ, ਉਹ ਵੱਡੇ ਪੱਧਰ ਤੇ ਸ਼ੇਅਰ ਹੋਣੀ ਚਾਹੀਦੀ। ਵੀ ਹੁਣ ਆਪਾਂ
ਸਰਕਾਰ ਦੇ ਪੱਧਰ ਤੇ ਸੁਸਾਇਟੀ ਦੇ ਪੱਧਰ ਤੇ ਖੜੇ ਕਿੱਥੇ ਆ? ਜੀ ਇਹ ਜਿਹੜਾ ਚੋਣਾਂ ਦਾ ਝੂਠ ਆ ਤੇ ਗਲੇਫਬਾਜ਼ੀ ਆ, ਉਹ ਹੁਣ ਬਹੁਤ ਚੰਗੀ ਤਰ੍ਹਾਂ ਬੇਪਰਦ ਕਰਕੇ ਬਿਲਕੁਲ ਸਿੱਧੇ ਹੋਣਾ ਚਾਹੀਦਾ, ਕਿਉਂਕਿ ਪਹਿਲਾਂ ਪੋਲੀਟੀਕਲ ਪਾਰਟੀਆਂ ਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੁੰਦਾ ਕਿ ਅਸੀਂ ਕੁਝ ਲੁਕੋ ਕੇ ਚੰਗੇ ਬਣ ਜਾਈਏ। ਹੁਣ ਉਹ ਸਾਰੇ ਨੰਗੇ ਤਾਂ ਹੋ ਹੀ ਗਏ, ਸਾਰੇ ਲੋਕਾਂ ਦੇ ਮਨਾਂ ਤੋਂ ਵੀ ਲੈ ਗਏ, ਇੱਕੋ ਜਿਹਾ ਹੀ ਲੈ ਗਏ। ਤੇ ਇਸ ਕਰਕੇ ਉਹ ਵੀ ਇਕੱਠੇ ਜਾਣ ਵੀ ਭਾਈ ਸੱਚ ਇਹ ਆ ਵੀ ਹੁਣ ਦੱਸੋ ਆਪਾਂ ਕਿੱਧਰ ਨੂੰ ਤੁਰਨਾ। ਤੇ ਇਹ ਵਨਨੈਸ ਜਿੰਨਾ ਚਿਰ ਨਹੀਂ ਆਉਂਦੀ ਆਪਾਂ ਉਹਨਾਂ ਚਿਰ ਚੰਗੀਆਂ ਚੀਜ਼ਾਂ ਨਵੇਂ ਸਿਰੋਂ ਇੰਟਰੋਡਿਊਸ ਨਹੀਂ ਕਰ ਸਕਾਂਗੇ। ਜਬਰ ਸਾਹਿਬ ਸਾਡੇ ਕੋਲ ਟਾਈਮ ਬਹੁਤ ਘੱਟ ਹੈ। ਕੈਨ ਸਾਹਿਬ ਤੁਹਾਡੇ ਕੋਲ ਮੈਂ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ। ਗਰੇਵਾਲ ਸਾਹਿਬ, ਮੈਂ ਇੱਕ ਦੇਖਿਆ ਸੀ ਕਿ ਇੱਕ ਨਿਰਮਲ ਨਿਵਾਸ ਯੋਜਨਾ ਜਿਹੜੀ ਹੈ, ਨਿਰਮਲ ਨਿਵਾਸ ਯੋਜਨਾ ਦਾ ਇੱਕ ਸੁਪਨਾ ਹੈ, ਉਹ ਨਿਰਮਲ ਆਵਾਸ ਯੋਜਨਾ ਹੈ ਕੀ? ਸੋਢੀ ਸਾਹਿਬ, ਇਸ ਤਰ੍ਹਾਂ ਹੈਗਾ, ਹੁਣ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਛੋਟੇ ਕਿਸਾਨਾਂ ਦੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸਿਰਫ ਕਿਸਾਨ ਹੀ ਨਹੀਂ ਹੈ, ਬੇਜ਼ਮੀਨੇ ਕਿਸਾਨ ਵੀ ਨੇ, ਹੋਰ ਜਾਤ ਬਰਾਦਰੀਆਂ ਵੀ ਹੈਗੀਆਂ ਨੇ, ਤੇ ਬਹੁਤ ਛੋਟੇ ਕਿਸਾਨ ਵੀ ਨੇ ਜਿਨ੍ਹਾਂ ਕੋਲ 1-1 ਏਕੜ ਜ਼ਮੀਨ ਹੈ, ਕਈ ਬਹੁਤ ਹੀ ਛੋਟੇ ਘਰਾਂ ਦੇ ਵਿੱਚ ਰਹਿੰਦੇ ਨੇ। ਤੇ ਸਭ ਲਈ ਆਪਣਾ ਜਿਹੜਾ ਰੋਜ਼ੀ ਦਾ ਜਿਹੜਾ ਸਿਲਸਿਲਾ ਹੈਗਾ ਤੇ ਉਹ ਬਹੁਤ ਮੁਸ਼ਕਲ ਹੋ ਜਾਂਦਾ ਕਈ ਵਾਰ। ਮਤਲਬ ਅਸੀਂ ਇੱਕ ਐਸੀ ਵਿਵਸਥਾ ਬਾਰੇ ਸੋਚ ਰਹੇ ਸੀ ਜਿੱਥੇ ਕਿਸੇ ਨੂੰ ਵੀ ਆਪਣੀ ਮਤਲਬ ਬੇਸਿਕ ਰਿਕੁਆਇਰਮੈਂਟਸ ਪੂਰੀਆਂ ਕਰਨ ਲਈ ਸਰਕਾਰ ਜਾਂ ਮੰਡੀ ਦੇ ਉੱਤੇ ਨਿਰਭਰ ਨਾ ਕਰਨਾ ਪਵੇ, ਉਹ ਆਪਣੀਆਂ ਜਿਹੜੀਆਂ ਬੇਸਿਕ ਸਹੂਲਤਾਂ ਨੇ ਖੁਦ ਹੀ ਪੈਦਾ ਕਰ ਸਕੇ, ਜਿਹਦੇ ਵਿੱਚ ਮਤਲਬ 3 ਚੀਜ਼ਾਂ ਅਸੀਂ ਪ੍ਰਮੁੱਖ ਤੌਰ ਤੇ ਲਈਆਂ ਨੇ। ਨੰਬਰ 1, ਹਰ ਵਿਅਕਤੀ ਨੂੰ, ਹਰ ਪਰਿਵਾਰ ਨੂੰ ਸਾਫ਼ ਸੁਥਰਾ, ਐਗਰੋਕੈਮੀਕਲਸ ਤੋਂ ਮੁਕਤ, ਰੈਜ਼ੀਡਿਊਜ਼ ਤੋਂ ਮੁਕਤ ਜਿਹੜਾ ਭੋਜਨ ਆ, ਉਹ ਵੀ ਹੈਲਦੀ ਭੋਜਨ ਜਿਹੜਾ ਕਿ ਕਾਰਬੋਹਾਈਡਰੇਟਸ ਦੀ ਥਾਂ ਦੇ ਨਾਲ ਵਿਟਾਮਿਨਸ ਤੇ ਪ੍ਰੋਟੀਨਸ ਤੇ ਹੋਰ ਜਿਹੜੀਆਂ ਮਾਈਕਰੋਨਿਊਟ੍ਰੀਐਂਟਸ ਉਹਨਾਂ ਦੇ ਨਾਲ ਭਰਪੂਰ ਹੋਵੇ, ਉਸ ਕਿਸਮ ਦਾ ਫੂਡ ਹਰ ਵਿਅਕਤੀ ਨੂੰ, ਹਰ ਪਰਿਵਾਰ ਨੂੰ ਉਪਲਬਧ ਹੋਣਾ ਚਾਹੀਦਾ ਮੁਫਤ। 1 ਨੰਬਰ 2 ਤੇ ਹਰ ਪਰਿਵਾਰ ਦੇ ਕੋਲ ਜਿਹੜੀ એનર્ਜੀ ਆ ਦਾ ਪ੍ਰਬੰਧ ਖੁਦ ਉਹ ਪ੍ਰਬੰਧ ਆਪਣਾ ਕਰ ਸਕੇ, ਜਿਹਦੇ ਵਿੱਚ ਜਿਵੇਂ ਜ਼ਫਰ ਸਾਹਿਬ ਨੇ ਕਿਹਾ ਕਿ ਸੋਲਰ એનર્ਜੀ ਸਭ ਤੋਂ ਇੰਪੋਰਟੈਂਟ ਚੀਜ਼ ਇਹਦੇ ਵਿੱਚ ਸਹਾਈ ਹੋ ਸਕਦੀ ਹੈ। ਤੀਸਰਾ, ਜਿਹੜਾ ਪਾਣੀ ਆ ਉਹ ਵੀ ਸਾਨੂੰ ਸ਼ੁੱਧ ਨਹੀਂ ਮਿਲਦਾ, ਪਾਣੀ ਵੀ ਬਹੁਤ ਪੋਲਿਊਟਡ ਮਿਲਦਾ, ਇਸ ਕਰਕੇ ਜਿਹੜਾ ਪਾਣੀ ਆ ਉਹ ਵੀ ਸ਼ੁੱਧ ਹੋਵੇ। ਉਹ ਸਭ ਤੋਂ ਸ਼ੁੱਧ ਪਾਣੀ ਸਿਰਫ ਬਰਸਾਤ ਦਾ ਪਾਣੀ ਹੁੰਦਾ। ਸੋ ਇਹ ਅਸੀਂ ਰੇਨ ਵਾਟਰ ਹਾਰਵੈਸਟਿੰਗ ਵੀ ਕਰੀਏ। ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਇੱਕ ਮਾਡਲ ਤਿਆਰ ਕੀਤਾ, ਇੱਕ ਇਕਵਿਪਮੈਂਟ ਤਿਆਰ ਕੀਤਾ, ਜਿਹਦੇ ਉੱਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕਾਫੀ ਕੰਮ ਕੀਤਾ ਤੇ ਉਹ ਇਕਵਿਪਮੈਂਟ 1 ਲੱਖ ਰੁਪਏ ਦੇ ਵਿੱਚ ਤਿਆਰ ਹੋ ਜਾਂਦਾ, ਜਿਹਦੇ ਅੱਗੇ ਸਬਸਿਡੀ ਵੀ ਮਿਲਦੀ ਆ। ਸੋ ਅਗਰ ਇਸ ਕਿਸਮ ਦੀ ਜਿਹੜੀ ਇਹ ਯੋਜਨਾ ਚਲਾਈ ਜਾਵੇ ਤਾਂ ਮਤਲਬ ਜਿਹੜਾ ਸ਼ੁੱਧ ਪਾਣੀ, ਸ਼ੁੱਧ ਭੋਜਨ ਤੇ ਸ਼ੁੱਧ એનર્ਜੀ ਦਾ ਜਿਹੜਾ ਸੁਪਨਾ ਉਹ ਪੂਰਾ ਹੋ ਸਕਦਾ ਔਰ ਕਿਸੇ ਤੇ ਨਿਰਭਰਤਾ ਦੀ ਲੋੜ ਨਹੀਂ ਰਹੇਗੀ। ਸੋ ਇਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਇਹ ਕਮਿਊਨਿਟੀ ਦੇ ਲੈਵਲ, ਪਰਿਵਾਰ ਦੇ ਗਰੇਵਾਲ ਸਾਹਿਬ, ਉਹ ਜਿਹੜਾ ਤੁਸੀਂ ਦੱਸਿਆ ਕਿ 1 ਲੱਖ ਰੁਪਏ ਦਾ ਇਕਵਿਪਮੈਂਟ ਹੈ, ਉਹ ਇਕਵਿਪਮੈਂਟ ਹੈ ਕੀ ਹੈ? ਉਹਦੇ ਵਿੱਚ ਹੈ ਜੀ 3 ਹੀ ਚੀਜ਼ਾਂ ਨੇ। ਇੱਕ ਤੇ ਹੈਗਾ ਐਰੋਪੋਨਿਕ ਜਾਂ ਹਾਈਡਰੋਪੋਨਿਕ, ਜਿਹਨੂੰ ਅਸੀਂ ਕਹਿੰਦੇ ਆ ਸੋਇਲ ਲੈਸ ਰੈਜ਼ੀਡਿਊ ਫ੍ਰੀ ਐਗਰੀਕਲਚਰ। ਗ੍ਰੀਨ ਜਿਹੜੀਆਂ ਵੈਜੀਟੇਬਲਸ ਨੇ ਜਾਂ ਮਾਈਕਰੋ ਗ੍ਰੀਨਸ ਨੇ, ਮਤਲਬ ਕੁਝ ਜਿਹੜੀਆਂ ਵੱਡੀਆਂ ਮਤਲਬ ਸੀਰੀਅਲ ਕ੍ਰੌਪਸ ਨੂੰ ਛੱਡ ਕੇ, ਤੇ ਇਹ ਸਾਰਾ ਕੁਝ ਇਹਦੇ ਵਿੱਚ ਹੋ ਸਕਦਾ ਜਿਹੜਾ ਹਰ ਪਰਿਵਾਰ ਦੀਆਂ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਪੂਰੀਆਂ ਕਰ ਸਕਦਾ ਹੈ। ਤੇ ਦੂਸਰਾ ਜਿਹੜਾ ਇਕਵਿਪਮੈਂਟ ਹੈ ਉਹ ਹੈਗਾ ਸੋਲਰ ਪੈਨਲਸ। ਤੀਸਰਾ ਹੈਗਾ ਰੇਨ ਵਾਟਰ ਹਾਰਵੈਸਟਿੰਗ। ਸੋ ਇਹ 3 ਕਿਸਮ ਦਾ, ਇਹਨਾਂ ਤਿੰਨਾਂ ਦੀ ਇੰਨੀ ਕੁ ਕੋਸਟ ਹੈਗੀ ਆ, ਪਰ ਜਦੋਂ ਇਹ ਸਾਰਾ ਸਮਾਨ ਆਮ ਮਤਲਬ ਪਿੰਡਾਂ ਦੇ ਮਿਸਤਰੀਆਂ ਦੇ ਹੱਥ ਆਏਗਾ ਤੇ ਸ਼ਾਇਦ 1 ਲੱਖ ਤੋਂ ਵੀ ਬਹੁਤ ਘੱਟ ਹੋਵੇ ਜੀ। ਅਗਰ ਇਹ ਹਰ ਪਰਿਵਾਰ ਦੇ ਲੈਵਲ ਤੇ ਹੋ ਜਾਵੇ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਗਰੀਬ ਪਰਿਵਾਰਾਂ ਦੀ, ਦਲਿਤ ਪਰਿਵਾਰਾਂ ਦੀ, ਪਾਰਟਿਕੂਲਰਲੀ ਔਰਤਾਂ ਦੀ, ਉਹ ਬਹੁਤ ਹੱਦ ਤੱਕ ਹੱਲ ਹੋ ਜਾਏਗੀ ਜੀ। ਕੈਨ ਸਾਹਿਬ, ਤੁਸੀਂ ਕਿੰਨੇ ਕੁ ਸਹਿਮਤ ਹੋ ਜਿਸ ਤਰ੍ਹਾਂ ਇਹਨਾਂ ਨੇ ਨਿਰਮਲ ਆਵਾਸ ਯੋਜਨਾ ਦਾ ਜ਼ਿਕਰ ਕੀਤਾ ਹੈ? ਕਿਉਂਕਿ ਜਿਹੜੀ ਅੱਜ ਅਸੀਂ ਸੋਢੀ ਸਾਹਿਬ ਡਿਸਕਸ਼ਨ ਕਰ ਰਹੇ ਹਾਂ, ਬੜੀ ਹੈਲਦੀ ਡਿਸਕਸ਼ਨ ਹੈ। ਮੈਂ ਇਹਨੂੰ ਥੋੜੀ ਗੱਲ ਨੂੰ ਹੋਰ ਥੋੜਾ ਅੱਗੇ ਵਧਾਉਣਾ ਚਾਹੁੰਦਾ ਕਿ ਸਾਡੀ 70% ਜਿਹੜਾ ਏਰੀਆ ਉਹ ਦਿਹਾਤੀ ਤੇ ਨਿਰਭਰ ਹੈ, ਤੇ 90% ਐਸੇ ਜਿਹੜੇ ਸਾਡੇ ਨੌਜਵਾਨ ਨੇ ਪਿੰਡਾਂ ਦੇ, ਕਿ ਉਹਨਾਂ ਨੂੰ ਜਿਹੜੀ ਸਕਿੱਲ ਡਿਵੈਲਪਮੈਂਟ ਐਂਡ ਵੋਕੇਸ਼ਨਲ ਟ੍ਰੇਨਿੰਗ ਦੇ ਬਾਰੇ ਬਹੁਤੀ ਨੌਲੇਜ ਨਹੀਂ ਹੈ ਜੀ। ਉਧਰਲੇ ਪਾਸੇ ਵੀ ਸਾਨੂੰ ਜਿਹੜਾ ਉਹ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਨੌਜਵਾਨਾਂ ਨੂੰ ਇਸ ਪਾਸੇ ਵੀ ਤੋਰੀ ਕਿ ਉਹ ਆਤਮ ਨਿਰਭਰ ਬਣਨ, ਜਿਹੜਾ ਪੂਰਾ ਉਹਦੇ ਤੇ ਨਿਰਭਰ ਨਾ ਰਹਿਣ। ਇਸ ਲਈ ਸਾਨੂੰ ਲੋੜ ਹੈ ਕਿ ਜਿਹੜੀ ਟ੍ਰੇਨਿੰਗ ਹੈ, ਜਿਹੜੀ ਈ ਸਕਿੱਲ ਪੋਰਟਲ ਹੈ, ਆਨਲਾਈਨ ਹੈ, ਉਹਦੇ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਸਾਨੂੰ ਲੈਣੀ ਚਾਹੀਦੀ ਹੈ। ਜਿਵੇਂ ਸਟੈਂਡ ਅਪ ਇੰਡੀਆ ਹੈ ਜਾਂ ਮੁਦਰਾ ਸਕੀਮ ਹੈ, ਤੇ ਹੋਰ ਜਿਹੜੀਆਂ ਸਕੀਮਾਂ ਨੇ ਦਿਹਾਤੀ ਏਰੀਆਜ਼ ਦੇ ਵਿੱਚ, ਉਹਨਾਂ ਨੂੰ ਕਰਨ ਦੇ ਲਈ ਲੋੜ ਹੈ ਕਿ ਜਿਹੜੀ ਈ ਲਰਨਿੰਗ ਸਾਡੇ ਉਹ ਨੇ, ਆਪਣਾ ਕੇਂਦਰ ਨੇ,
ਉਹਨਾਂ ਕੇਂਦਰਾਂ ਦੇ ਵਿੱਚ ਜਿਹੜੀ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਜਿਵੇਂ ਪਿੰਡਾਂ ਦੇ ਨਾਲ ਸੰਬੰਧਿਤ ਨੇ, ਮੋਟਰਾਂ ਦੀ ਰਿਪੇਅਰ ਕਰਨਾ, ਟਰੈਕਟਰਾਂ ਦੀ ਕਰਨਾ, ਇੰਜਣਾਂ ਦੀ ਕਰਨਾ, ਇਸ ਤਰੀਕੇ ਨਾਲ ਸੋਲਰ ਸਿਸਟਮ ਜਿਹੜਾ ਆਪਣਾ ਜਫਰ ਜੀ ਨੇ ਹੁਣ ਉਹਦਾ ਸਿਸਟਮ ਦਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰਿਪੇਅਰ ਕਰਨ ਦੀ ਵੀ ਲੋੜ ਪੈਣੀ ਹੈ। ਤਾਂ ਉਹਦੇ ਲਈ ਜਿਹੜੀ ਹੈ ਸਾਨੂੰ ਸਕਿੱਲ ਡਿਵੈਲਪਮੈਂਟ ਹੈ ਉਹਦੇ ਵੱਲ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਤਾਂ ਹੀ ਅਸੀਂ ਜਿਹੜਾ ਨੌਜਵਾਨ ਨੇ ਅਸੀਂ ਉਹਨਾਂ ਬਾਰੇ ਵੀ ਕੋਈ ਸਾਡੇ ਕੋਲ ਪਾਲਿਸੀ ਪ੍ਰੋਗਰਾਮ ਹੋਣਾ ਚਾਹੀਦਾ ਹੈ, ਕਿਉਂਕਿ ਖੇਤੀ ਦੇ ਨਾਲ ਜਦੋਂ ਅਸੀਂ ਸਮਝਦੇ ਕਿ ਬਹੁਤੀ ਗਿਣਤੀ ਜਿਹੜੀ ਹੈ ਉਹ ਸਾਡੀ ਦਿਹਾਤ ਨਾਲ ਸੰਬੰਧਿਤ ਹੈ, ਕਿਉਂਕਿ ਜਿਹੜੇ ਸਾਡੇ ਪੁਰਾਣੇ ਕਿੱਤੇ ਸੀਗੇ ਉਹ ਕਿੱਤੇ ਦਿਨ ਬਈ ਦਿਨ ਖਤਮ ਹੁੰਦੇ ਜਾ ਰਹੇ ਨੇ। ਸਾਨੂੰ ਉਹਨਾਂ ਦੇ ਵੱਲ ਜਿਹੜਾ ਧਿਆਨ ਦੇਣ ਦੀ ਲੋੜ ਹੈ, ਜਿਵੇਂ ਲੁਹਾਰ ਤਰਖਾਣ ਦਾ ਕੰਮ ਕਰ ਜੇ, ਘੁਮਿਆਰਤੀ, ਜੁਲਾਹੇ ਸੀ ਜਾਂ ਹੋਰ ਇਹਦੇ ਨਾਲ ਮਿਲਦੇ ਜੁਲਦੇ ਪੇਸ਼ੇਵਰ ਕਿੱਤੇ ਸੀਗੇ, ਉਹਨਾਂ ਨੂੰ ਉਤਸ਼ਾਹਿਤ, ਉਹਨਾਂ ਦੇ ਨਾਲ ਅਸੀਂ ਨਵੀਂ ਤਕਨੀਕ ਅਪਣਾ ਕੇ ਉਹ ਪ੍ਰੋਡਕਟਿਵਿਟੀ ਵੀ ਵਧਾ ਸਕਦੇ ਹਾਂ ਤੇ ਉਹਨਾਂ ਦਾ ਉਤਸ਼ਾਹ ਵੀ ਵਧਾ ਸਕਦੇ ਹਾਂ ਤੇ ਰੁਜ਼ਗਾਰ ਦੇ ਮੌਕੇ ਵੀ ਮਿਲ ਸਕਦੇ ਨੇ। ਕਿਉਂਕਿ ਇਸੇ ਤਰੀਕੇ ਨਾਲ ਦਿਹਾਤੀ ਜਿਹੜੀ ਔਰਤਾਂ ਨੇ, ਦਿਹਾਤੀ ਔਰਤਾਂ ਦੇ ਲਈ ਗਵਰਨਮੈਂਟਸ ਦੇ ਯੂਨਿਟ ਬਣਾਏ ਜਾ ਸਕਦੇ ਨੇ, ਜਿਹੜੇ ਸੈਲਫ ਹੈਲਪ ਗਰੁੱਪ ਬਣਾਏ ਜਾ ਸਕਦੇ ਨੇ। ਇਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ, ਤੁਹਾਡੇ ਵੀ ਧਿਆਨ ਚ ਆਇਆ ਹੋਣਾ, ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਉਹਨਾਂ ਨੂੰ ਛੋਟੇ ਛੋਟੇ ਲੋਨ ਦੇ ਕੇ ਉਹਨਾਂ ਨੂੰ ਆਪਣੀ ਉਹਦੀ ਗ੍ਰਿਫਤ ਵਿੱਚ ਕਰ ਲਿੱਤਾ ਕਿ ਉਹਨਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਾ ਹੋਣ ਕਾਰਨ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਹੈ ਤੇ ਉਹ ਅੱਜ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸਹਾਇਕ ਧੰਦੇ ਜਿਨ੍ਹਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਉਹ ਸਹਾਇਕ ਧੰਦੇ ਅਪਣਾਏ ਜਾਣੇ ਚਾਹੀਦੇ ਤਾਂ ਜੋ ਜਿਹੜੇ ਸਕੀਮਸ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਣ ਦੇ ਲਈ ਜਿਹੜਾ ਪ੍ਰੋਗਰਾਮ ਅਵੇਅਰਨੈਸ ਕੰਪੇਨ ਚਲਾਈ ਜਾਣੀ ਚਾਹੀਦੀ ਹੈ, ਕਿਉਂਕਿ ਤਾਂ ਹੀ ਜਿਹੜੇ ਖੇਤੀ ਨਾਲ ਵੀ ਜਿਹੜੇ ਸੰਬੰਧਿਤ ਨੇ, ਹੁਣ ਜਿਹੜੀ ਖੇਤੀ ਵਿਗਿਆਨ ਹੈ, ਅਸੀਂ ਲੈਬ ਦੇ ਵਿੱਚ ਬੜੀਆਂ ਨਵੀਆਂ ਜਿਹੜੀਆਂ ਖੋਜਾਂ ਕੀਤੀਆਂ ਜਾਂਦੀਆਂ ਨੇ, ਬੀਜਾਂ ਦੀ ਨਵੀਆਂ ਕਿਸਮਾਂ ਲਿਆਂਦੀਆਂ ਜਾਂਦੀਆਂ, ਮਿੱਟੀ ਦੇ ਉੱਤੇ ਪਰਖ ਕੀਤੀ ਜਾਂਦੀ ਹੈ, ਤਾਂ ਉਹ ਵੀ ਜਿਹੜੀ ਹੈ ਕਿਸਾਨ ਤੱਕ ਪਹੁੰਚਣੀ ਚਾਹੀਦੀ ਹੈ। ਉਹ ਕਿਸਾਨ ਤੱਕ ਪਹੁੰਚਦੀ ਨਹੀਂ, ਉਹ ਉੱਥੇ ਹੀ ਰੁਕ ਕੇ ਰਹਿ ਜਾਂਦੀ ਹੈ ਕਿ ਲੋਕ ਜਿਹੜੀ ਲੋੜ ਹੈ ਸਾਨੂੰ ਉਹ ਕ੍ਰਿਸ਼ੀ ਜਿਹੜੇ ਕਾਉਂਸਲਿੰਗ ਸੈਂਟਰ ਪਿੰਡ ਲੈਵਲ ਤੇ ਵੀ ਖੋਲਣੇ ਚਾਹੀਦੇ ਆ, ਉਹਦੇ ਨਾਲ ਜਿਹੜੇ ਸਹਾਇਕ ਧੰਦੇ ਨੇ ਉਹਨਾਂ ਦੀ ਵੀ ਜਾਣਕਾਰੀ ਮਿਲੇ ਔਰ ਖੇਤੀ ਦੇ ਵਿੱਚ ਜਿਹੜੀ ਨਵੀਂ ਤਕਨੀਕ ਆਏ ਉਹ ਨਵੇਂ ਉਹਦੇ ਨਾਲ ਉਪਜਾਊ ਕਿਵੇਂ ਜ਼ਿਆਦਾ ਬਣ ਸਕਦੀ ਹੈ, ਘੱਟ ਜਿਹੜੀ ਉਹਦੇ ਤੇ ਜਿਹੜੀ ਇਨਵੈਸਟਮੈਂਟ ਹੋਵੇ। ਇਸ ਤਰ੍ਹਾਂ ਦੇ ਸਾਰੇ ਜਿਹੜੇ ਸਿਸਟਮ ਹੈ ਉਹ ਸਿਸਟਮ ਨੂੰ ਜਿਹੜਾ ਵਧੀਆ ਤਰਕ ਸੰਗਤ ਬਣਾਇਆ ਜਾਣਾ ਚਾਹੀਦਾ ਔਰ ਲੋਕਾਂ ਦੀ ਜਿਹੜੀ ਖਾਸ ਕਰ ਜਿਹੜੇ ਗਰੀਬ ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਦੀ ਪਾਰਟਿਸਿਪੇਸ਼ਨ ਹੋਣਾ ਚਾਹੀਦਾ ਵਿੱਚ, ਤਾਂ ਹੀ ਜਿਹੜਾ ਅਸੀਂ ਵਧੀਆ ਤਰੀਕੇ ਨਾਲ ਅਸੀਂ ਇੱਥੇ ਆਤਮ ਨਿਰਭਰ ਬਣਾ ਸਕਦੇ ਹਾਂ ਔਰ ਲੋਕਾਂ ਨੂੰ ਇਸ ਨਾਲ ਜੋੜ ਸਕਦੇ ਹਾਂ। ਕਿਉਂਕਿ ਅੱਜ ਸਾਰਿਆਂ ਦੀ ਇਹੀ ਦਿਲੀ ਇੱਛਾ ਹੈ ਕਿ ਜਿਹੜਾ ਕਿਸਾਨ ਹੈ, ਮਜ਼ਦੂਰ ਹੈ, ਦਿਹਾਤੀ ਏਰੀਆ 'ਚ ਵਸਣ ਵਾਲਾ ਇਨਸਾਨ ਹੈ, ਉਹ ਵੀ ਚੰਗੀ ਤਰ੍ਹਾਂ ਜਾਗਰੂਕ ਹੋਵੇ, ਆਤਮ ਨਿਰਭਰ ਬਣੇ ਔਰ ਆਪਣੀ ਜਿਹੜੀ ਗੱਲ ਹੈ ਉਹ ਕਹਿਣ ਦੇ ਸક્ષਮ ਹੋਵੇ ਔਰ ਸੈਂਟਰ ਤੇ ਸਟੇਟ ਦੀ ਜਿਹੜੀ ਪਾਲਿਸੀ ਨੇ ਅਸਲ ਉਹਨਾਂ ਮਾਰਜਨਲ ਕਿਸਾਨ ਤੱਕ ਪਹੁੰਚੇ, ਐਗਰੀਕਲਚਰ ਲੇਬਰ ਜਿਹੜੀ ਆ ਉਹਦੇ ਤੱਕ, ਉਹ ਲੈਂਡਲੈਸ ਜਿਹੜਾ ਫਾਰਮਰ ਹੈ ਉਹਦੇ ਤੱਕ ਪਹੁੰਚੇ, ਤਾਂ ਕਿ ਅਸੀਂ ਸਾਰੇ ਉਹਨਾਂ ਨੂੰ ਫਾਇਦਾ ਹੋ ਸਕੇ। ਜੀ ਗਰੇਵਾਲ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਕਿ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਜ਼ਿਮੀਂਦਾਰ ਦੇ ਦਿਮਾਗ ਦੇ ਵਿੱਚ MSP ਹੈ, ਵੀ MSP ਖਤਮ ਹੋ ਗਈ। MSP ਅਸੀਂ ਸਾਰੇ ਜਾਣਦੇ ਕਿ MSP ਕੋਈ ਕਾਨੂੰਨ ਨਹੀਂ, ਇੱਕ ਜਸਟ ਐਡਮਿਨਿਸਟ੍ਰੇਟਿਵ ਆਰਡਰ ਸੀ, ਇੱਕ ਕੈਬਨਿਟ ਦਾ ਫੈਸਲਾ ਸੀ। ਕੀ ਤੁਸੀਂ ਸੋਚਦੇ ਹੋ ਕਿ MSP ਦਾ ਖਦਸ਼ਾ ਦੂਰ ਕਰਨ ਦੇ ਲਈ ਇੱਕ ਐਡਮਿਨਿਸਟ੍ਰੇਟਿਵ ਆਰਡਰ ਜਿਹੜਾ ਉਹ ਸਰਕਾਰ ਨੂੰ ਪਾਸ ਕਰ ਦੇਣਾ ਚਾਹੀਦਾ ਤਾਂ ਕਿ ਉਸ ਦੇ ਦਿਮਾਗ ਦੇ ਵਿੱਚ ਇੱਕ ਯਕੀਨ ਬਣ ਜਾਏ ਕਿ MSP ਖਤਮ ਨਹੀਂ ਹੋਣੀ? ਡੈਫੀਨਿਟਲੀ ਜੀ, ਕਿ ਇਹ ਤੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਪਾਲਿਸੀ ਅਸੀਂ ਬਣਾਉਣ ਜਾ ਰਹੇ ਹਾਂ, ਅਗਰ ਇਸ ਲੈਵਲ ਦੇ ਉੱਤੇ ਸਰਕਾਰ ਲੋਕਾਂ ਦੀ ਮਦਦ ਕਰੇ। ਇਹਦੇ ਵਿੱਚ ਇੱਕ ਹੋਰ ਜਿਹੜਾ ਪੁਆਇੰਟ ਰਹਿ ਗਿਆ ਉਹ ਸੀ ਪ੍ਰੈਸੀਜਨ ਐਗਰੀਕਲਚਰ ਦਾ, ਕਿ ਹੁਣ ਮਤਲਬ ਇੰਨੀ ਐਗਰੀਕਲਚਰ ਦੇ ਵਿੱਚ ਟੈਕਨੋਲੋਜੀ ਡਿਵੈਲਪ ਹੋ ਗਈ ਆ ਕਿ ਅਗਰ ਅਸੀਂ ਚਾਹੀਏ ਤੇ ਈਵਨ ਪਾਣੀ ਦੇ ਉੱਤੇ ਅਸੀਂ 70% ਸੇਵਿੰਗ ਕਰ ਸਕਦੇ ਹਾਂ। ਇਸ ਕਿਸਮ ਦੀਆਂ ਟੈਕਨੋਲੋਜੀਜ਼ ਆ ਗਈਆਂ ਨੇ ਤੇ ਜਿਹਦੇ ਵਿੱਚ ਰੇਨ ਗਨਸ ਨੇ, ਜਿਹਦੇ ਵਿੱਚ ਹੋਰ ਬਹੁਤ ਕਿਸਮ ਦੀਆਂ ਮਤਲਬ ਜਿਹੜੀਆਂ ਅੰਡਰਗਰਾਉਂਡ ਪਾਈਪਲਾਈਨ ਸਿਸਟਮ ਆ, ਇਹ ਸਾਰਾ ਕੁਝ ਕਰ ਸਕਦੇ ਆ। ਨੰਬਰ 2 ਤੇ ਜਿਹੜੀ ਬਹੁਤ ਯੂਜ਼ਫੁਲ ਚੀਜ਼ ਹੈ ਉਹ ਹੈਗੀ ਸੈਂਸਰ ਟੈਕਨੋਲੋਜੀ ਤੇ IoT। ਸੈਂਸਰਸ ਨੂੰ IoT ਨਾਲ ਜੋੜ ਦਿੰਦੇ ਆ। IoT ਇੰਟਰਨੈਟ ਆਫ ਥਿੰਗਸ, ਅੱਗੇ ਕਲਾਊਡ ਕੰਪਿਊਟਿੰਗ ਰਾਹੀਂ ਜਿਹੜੇ ਮਤਲਬ ਪ੍ਰੈਡਿਕਟਿਵ ਐਲਗੋਰਿਥਮਸ ਨੇ ਉਹਨਾਂ ਰਾਹੀਂ ਮਤਲਬ ਜਿਹੜੀਆਂ ਸਾਰੀਆਂ ਇਨਪੁਟਸ ਦੀ ਬਹੁਤ ਹੀ ਮਤਲਬ ਮਿਨੀਮਮ ਪੋਸਿਬਲ ਜਿਹੜੀ ਜ਼ਰੂਰਤ ਆ ਉਹ ਮਤਲਬ ਡਿਟਰਮਿਨ ਕਰ ਸਕਦੀਆਂ ਔਰ ਅਪਲਾਈ ਕਰ ਸਕਦੀਆਂ। ਸੋ ਇਸ ਤਰ੍ਹਾਂ ਨਾਲ ਐਗਰੀਕਲਚਰ ਨੂੰ ਬਹੁਤ ਹੱਦ ਤੱਕ ਵਾਇਬਲ ਬਣਾਇਆ ਜਾ ਸਕਦਾ
ਔਰ ਦੂਸਰੇ ਪਾਸੇ ਜਿਹੜੀਆਂ ਅਸੀਂ ਸਕੀਮ ਬਣਾ ਰਹੇ ਹਾਂ ਕਿ ਡਾਈਵਰਸੀਫਿਕੇਸ਼ਨ ਦੀ, ਨਿਚ ਏਰੀਆ ਡਿਵੈਲਪਮੈਂਟ ਦੀ, ਪ੍ਰੋਸੈਸਿੰਗ ਦੀ, ਮਾਰਕੀਟਿੰਗ ਦੀ, ਮੇਰੇ ਨੂੰ ਲੱਗ ਰਿਹਾ ਕਿ ਅਸੀਂ ਝੋਨੇ ਤੋਂ ਬਹੁਤ ਦੂਰ ਆ ਜਾਾਂਗੇ, ਕਿਉਂਕਿ ਉਹ ਸਾਡੇ ਲਈ ਬਹੁਤ ਹੀ ਵਾਇਬਲ ਚੀਜ਼ਾਂ ਹੋਣਗੀਆਂ। ਔਰ ਉਹ ਮਤਲਬ ਮੇਰਾ ਨਹੀਂ ਖਿਆਲ ਕਿ ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਸ ਆ ਉਸ ਕਿਸਮ ਦੀਆਂ ਜਿਹੜੀਆਂ ਆਮਦਨੀਆਂ ਉਹਨਾਂ ਦਾ ਕਦੇ ਮੁਕਾਬਲਾ ਕਰ ਸਕੇਗੀ। ਅਸੀਂ ਤਾਂ ਇਹ ਗੱਲ ਚਾਹੁੰਦੇ ਹਾਂ ਕਿ ਕਿਸੇ ਵੀ ਪਿੰਡ ਦੇ ਵਿੱਚੋਂ ਕੋਈ ਵੀ ਅਨਪ੍ਰੋਸੈਸਡ ਜਿਣਸ ਬਾਹਰ ਨਾ ਜਾਵੇ, ਮੰਡੀ ਕੀ ਕਿ ਮਤਲਬ ਕਿਤੇ ਵੀ ਨਾ ਜਾਵੇ, ਪਿੰਡ ਚੋਂ ਜੋ ਵੀ ਜਾਵੇ ਉਹ ਪ੍ਰੋਸੈਸਡ ਜਾਵੇ, ਵੈਲਿਊ ਐਡਡ ਜਾਵੇ, ਜਿਹਦੀ ਜਿਹੜੀ ਵੈਲਿਊ ਆ ਉਹ ਬਹੁਤ ਜ਼ਿਆਦਾ 2 ਜਾਂ 3 ਜਾਂ 4-5 ਟਾਈਮਸ ਜ਼ਿਆਦਾ ਹੋ ਸਕਦੀ ਹੈ ਔਰ ਹੋਏਗੀ। ਸੋ ਜਿੱਥੋਂ ਤੱਕ ਇਸ ਬਿਲਕੁਲ ਇਹ ਗੱਲ ਠੀਕ ਆ ਤੁਹਾਡੀ ਕਿ ਕਿਉਂਕਿ ਇੱਕ ਖਦਸ਼ਾ ਇੱਕ ਲੋਕਾਂ ਦੇ ਅੰਦਰ ਹੈਗਾ ਕਿ ਐਮਐਸਪੀ ਵਿਡਰਾ ਹੋ ਰਹੀ ਆ, ਤਾਂ ਸਰਟਨਲੀ ਮਤਲਬ ਸਰਕਾਰ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਯਕੀਨ ਦਿਵਾਉਣ ਲਈ ਇਹ ਜਿਹੜਾ ਇੱਕ ਕੈਬਨਿਟ ਡਿਸੀਜਨ ਆ ਉਹ ਕਰੇ ਔਰ ਲੋਕਾਂ ਨੂੰ ਕਮਿਊਨੀਕੇਟ ਕਰੇ ਕਿ ਅਸੀਂ ਮਤਲਬ ਜਿਹੜੀ ਐਮਐਸਪੀ ਆ ਉਹ ਵਿਡਰਾ ਨਹੀਂ ਕਰ ਰਹੇ। ਤੇ ਹੋਰ ਵੀ ਬਹੁਤ ਸਾਰੀਆਂ ਜਿਹੜੇ ਅਦਰ ਏਰੀਆਜ਼ ਨੇ ਉੱਥੇ ਵੀ ਐਮਐਸਪੀ ਨੂੰ ਇਫੈਕਟਿਵ ਬਣਾਇਆ ਜਾ ਸਕਦਾ। ਪਰ ਮਤਲਬ ਵੱਡੀ ਗੱਲ ਇਹੀ ਹੋਏਗੀ ਕਿ ਅਸੀਂ ਮਤਲਬ ਉੱਥੇ ਮੰਡੀਆਂ ਦੇ ਵਿੱਚ ਮਤਲਬ ਜਿਹੜਾ ਇਹ ਮਾਲ ਲਿਜਾਣ ਦੀ ਬਜਾਏ ਅਸੀਂ ਪ੍ਰੋਸੈਸਡ ਮਾਲ ਹੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਥਰੂ ਈ ਮਾਰਕੀਟਿੰਗ, ਥਰੂ ਮਤਲਬ ਜਿਹੜੇ ਪਲੇਟਫਾਰਮਸ ਨੇ ਉਹ ਮਤਲਬ ਗਲੋਬਲੀ ਮਾਰਕੀਟ ਕਰੀਏ, ਮਾਰਕੀਟ ਇੰਟੈਲੀਜੈਂਸ ਦੇ ਮੈਕੈਨਿਜ਼ਮਸ ਖੜੇ ਕਰੀਏ। ਉਹ ਮੈਨੂੰ ਲੱਗਦਾ ਬਹੁਤ ਯੂਜ਼ਫੁਲ ਗੱਲ ਹੋ ਸਕਦੀ ਹੈ। ਜੀ ਜਬਰ ਸਾਹਿਬ, ਤੁਸੀਂ ਕੀ ਸੋਚਦੇ ਹੋ ਕਿ ਅੱਜ ਦਾ ਜੋ ਭਖਦਾ ਮਸਲਾ ਖੇਤੀਬਾੜੀ ਨਵੀਂ ਨੀਤੀ ਤੇ, ਕਿ ਸਰਕਾਰ ਨੂੰ ਚਾਹੀਦਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਬੈਠ ਕੇ ਗੱਲ ਕਰੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਜ਼ਿਹਨ 'ਚ ਜਿਹੜੇ ਖਦਸ਼ੇ ਹੈ ਉਹਨਾਂ ਨੂੰ ਉਹ ਦੂਰ ਕਰੇ? ਹਾਂਜੀ ਬਿਲਕੁਲ। ਉਹ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਗੱਲਬਾਤ ਤਾਂ ਪਹਿਲਾਂ ਹੀ ਵਿਆਪਕ ਪੱਧਰ ਤੇ ਨਹੀਂ ਹੋਣੀ ਚਾਹੀਦੀ ਸੀ ਕਿ ਉਹ ਖਦਸ਼ੇ ਪੈਦਾ ਹੀ ਨਾ ਹੁੰਦੇ। ਜੇ ਹੁਣ ਹੋ ਗਏ ਤਾਂ ਉਹਦੇ ਲਈ ਗੱਲ ਜ਼ਰੂਰ ਹੋਣੀ ਚਾਹੀਦੀ ਆ। ਤੇ ਜਿੱਥੋਂ ਤੱਕ ਐਮਐਸਪੀ ਦਾ ਸਵਾਲ ਆ, ਐਮਐਸਪੀ ਸਾਡੇ ਕੋਲ 2 ਫਸਲਾਂ ਤੇ ਐਮਐਸਪੀ ਆ, ਝੋਨੇ ਤੇ ਇਫੈਕਟਿਵ ਐਮਐਸਪੀ ਆ ਜਿਹੜੀ 2 ਤਈਆ ਸਰਕਾਰ ਜਿਹੜੀ ਚੱਕਦੀ ਆ ਜਿਹੜੀਆਂ ਫਸਲਾਂ। ਬਾਕੀ ਇਹ ਕਹਿਣ ਨੂੰ ਐਮਐਸਪੀ ਬਹੁਤ ਸਾਰੀਆਂ ਫਸਲਾਂ ਤੇ, ਪਰ ਸਰਕਾਰ ਉਹਦੀ ਖਰੀਦਦਾਰੀ ਕਰਦੀ ਨਹੀਂ। ਹਾਲਾਂਕਿ ਜੇ ਐਮਐਸਪੀ ਅਸਲ ਵਿੱਚ ਇਹਨਾਂ ਦੋ ਚੀਜ਼ਾਂ ਦੀ ਐਮਐਸਪੀ ਨਹੀਂ ਪੰਜਾਬ ਨੂੰ ਖਰਾਬ ਕੀਤਾ। ਅਸੀਂ ਕਿਸਾਨਾਂ ਦੇ ਘਰਾਂ ਜਿਵੇਂ ਬੜੇ ਹੋਣ ਦੇ ਨਾਤੇ ਜਾਲੇ ਇਹੀ ਹੁਣ ਤੱਕ ਸੁਣਦੇ ਰਹੇ ਵੀ ਕਿਸਾਨ ਹੀ ਇੱਕ ਇਹੋ ਜਿਹਾ ਪ੍ਰੋਡਿਊਸਰ ਆ ਜਿਹਦੀ ਪ੍ਰੋਡਿਊਸ ਦਾ ਜਿਹੜਾ ਭਾਅ ਆ ਕੋਈ ਹੋਰ ਬੰਦਾ ਸਰਕਾਰ ਬੰਦੀ ਆ। ਬਾਕੀ ਸਾਰਾ ਜਿੰਨਾ ਪ੍ਰੋਡਿਊਸਰ ਆ, ਚਾਹੇ ਉਹ ਇੰਡਸਟਰੀਅਲ ਪ੍ਰੋਡਿਊਸਰ ਆ, ਚਾਹੇ ਉਹ ਸਰਵਿਸ ਸੈਕਟਰ ਦਾ ਪ੍ਰੋਡਿਊਸਰ ਆ, ਉਹਦਾ ਆਪਣੇ ਕੰਮ ਦੀ ਕੀਮਤ ਆਪ ਤੈਅ ਕਰਦਾ। ਤੇ ਬੜਾ ਕਿਸਾਨ ਨਾਲ ਅਨਿਆਂ ਆ। ਅਸੀਂ ਐਮਐਸਪੀ ਨੂੰ ਇੱਕ ਅਨਿਆਂ ਵਾਂਗੂ ਦੇਖਦੇ ਰਹੇ ਹੁਣ ਤੱਕ। ਤੇ ਇਹ ਹੈ ਵੀ ਸੱਚ ਸੀ ਕਿ ਐਮਐਸਪੀ ਦੀ ਜਿਹੜੀ ਕਾਸਟ ਬੰਨੀ ਵੀ ਜਾਂਦੀ ਉਹਦੀ ਕਾਸਟ ਪ੍ਰਾਈਸ ਦੇ ਬਰਾਬਰ ਨਹੀਂ ਹੈਗੀ, ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਤੇ ਇਹ ਹੁਣ ਸਥਿਤੀ ਹੋ ਗਈ ਕਿ ਸਾਨੂੰ ਵਿਜੇਦ ਹੋਣਾ ਪਿਆ ਕਿ ਐਮਐਸਪੀ ਬਚਣੀ ਚਾਹੀਦੀ। ਹਾਲਾਂਕਿ ਵਿਆਪਕ ਹੋਣੀ ਚਾਹੀਦੀ ਹੈ ਕਿ ਦੂਜੀਆਂ ਫਸਲਾਂ ਵੀ ਉਹਦੇ ਲਾਹੇਵੰਦੇ ਮੁੱਲ ਤੇ ਉਹਨੂੰ ਰਿਟਰਨ ਦੇ ਸਕਣ। ਇਹ ਇੰਸ਼ੋਰ ਕਰਨ ਦੀ ਲੋੜ ਆ। ਐਮਐਸਪੀ ਨੂੰ ਇਸ ਤਰ੍ਹਾਂ ਇੱਥੇ ਜ਼ੋਰ ਦੇਣ ਦੀ ਲੋੜ ਹੈ ਤਾਂ ਕਿ ਸਾਡਾ ਜਿਹੜਾ ਪੁਰਾਣਾ ਤਰੀਕਾ ਹੈਗਾ ਉਹਦੇ ਲਈ ਕਿ ਜਿਹੜਾ ਇਹ ਚੀਜ਼ਾਂ ਨੇ ਜਿਵੇਂ ਵੈਲਿਊ ਐਡਡ ਅਸੀਂ ਜਿਹੜੇ ਭਾਈਚਾਰੇ ਤੌਰ ਤੇ ਚੀਜ਼ਾਂ ਪੈਦਾ ਕਰਨ ਦੇ ਕਾਬਿਲ ਹੋਵਾਂਗੇ ਤਾਂ ਇਹ ਚੀਜ਼ਾਂ ਠੀਕ ਹੋਣਗੀਆਂ। ਇਸੇ ਤਰ੍ਹਾਂ ਐਮਐਸਪੀ ਦਾਲਾਂ ਤੇ ਵੀ ਹੋਵੇ, ਦੂਜੀਆਂ ਤੇ ਵੀ ਹੋਵੇ, ਉਹ ਤਾਂ ਹੀ ਹੋਣਗੀਆਂ ਜੇ ਅਸੀਂ ਉਹਨਾਂ ਦੀ ਵੈਲਿਊ ਐਡਡ ਇੰਡਸਟਰੀ, ਵੈਲਿਊ ਐਡਡ ਪ੍ਰੋਡਕਟਿਵਿਟੀ ਵੱਲ ਸ਼ਿਫਟ ਕਰਾਂਗੇ। ਤਾਂ ਮਤਲਬ ਇਹ ਇਕੱਲੇ ਨਾ ਹੁਣ ਕਿਸਾਨ ਦੇ ਠੀਕ ਕਰਨ ਵਾਲੀ ਇਕੱਲੇ ਦੇ ਨਹੀਂ ਹੈ ਤੇ ਸਰਕਾਰ ਵੀ ਇਕੱਲੀ ਹੀ ਕੋਸ਼ਿਸ਼ ਕਰਦੀ। ਸਰਕਾਰ ਵੱਲੋਂ ਜਿਹੜਾ ਹੋਣ ਵਾਲਾ ਤਰੀਕਾ ਇਹ ਆ ਕਿ ਸਰਕਾਰ ਜਿੱਥੇ ਕੋਈ ਕਮਿਊਨਿਟੀ, ਜਿੱਥੇ ਕੋਈ ਭਾਈਚਾਰਾ ਐਗਰੀਕਲਚਰ ਬੇਸਡ ਐਕਟੀਵਿਟੀ ਕਰਦਾ ਉਹਨੂੰ ਸਪੋਰਟ ਕਿਵੇਂ ਕਰ ਸਕਦੀ ਹੈ, ਉਹਦੇ ਤੇ ਉਹਦਾ ਫੋਕਸ ਹੋਵੇ, ਫਿਰ ਠੀਕ ਹੋਊਗਾ ਕਾਨੂੰਨ ਨਾਲੋਂ ਵੀ ਜ਼ਿਆਦਾ। ਜਿੱਥੋਂ ਤੱਕ ਰੈਗੂਲੇਟ, ਜਿਵੇਂ ਮੈਂ ਸਬਸਿਡੀ ਦੀ ਗੱਲ ਕੀਤੀ ਸੀ ਕਿ ਪਰ ਏਕੜ ਸਬਸਿਡੀ ਦਿੱਤੀ ਜਾਵੇ, ਉਹ ਨਾ ਕਿ ਕਿਸੇ ਬਿਜਲੀ ਤੇ ਜਾਂ ਅਪਲਾਇੰਸ ਤੇ, ਕਿ ਪਰ ਏਕੜ ਜਿਹੜਾ ਕਲਟੀਵੇਸ਼ਨ ਕਰਦਾ ਉਹਦੀ ਇੰਨੀ ਸਬਸਿਡੀ ਆ ਜਿਹਦੇ ਨਾਂ ਤੇ ਗਦਾਵਰੀ ਉਹਨੂੰ ਚੱਲ ਜੇ। ਉਹਦੇ ਵਿੱਚ ਇੱਕ ਖੂਬਸੂਰਤ ਗੱਲ ਜਾਂ ਕਹਿ ਲਓ ਚੰਗੀ ਗੱਲ ਇਹ ਹੋ ਸਕਦੀ ਆ ਕਿ ਸਰਕਾਰ ਜਿੱਥੇ ਜਿਹੜੀ ਕ੍ਰੌਪ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ, ਜਿੱਥੇ ਜਿਹੜੀ ਕ੍ਰੌਪ ਨੂੰ ਇਨਕਰੇਜ ਕਰਨਾ ਚਾਹੁੰਦੀ ਹੈ, ਉੱਥੇ ਪਰ ਏਕੜ ਉਹਦੀ ਸਬਸਿਡੀ ਵਧਾ ਸਕਦੀ ਹੈ। ਜਿਹੜੀ ਚੀਜ਼ ਨੂੰ ਕਰਨੀ ਚਾਹੁੰਦੀ ਹੈ, ਜਿਹੜੀ ਲੱਗਦੀ ਕਿ ਸਾਡੇ এনवायरमेंट ਲਈ ਠੀਕ ਨਹੀਂ, ਸਾਡੀ ਇਕੋਲੋਜੀ ਲਈ ਠੀਕ ਨਹੀਂ, ਉੱਥੇ ਸਬਸਿਡੀ ਘਟਾਈ ਜਾ ਸਕਦੀ ਹੈ ਜਾਂ ਖਤਮ ਵੀ ਕੀਤੀ ਜਾ ਸਕਦੀ ਹੈ। ਇਦਾਂ ਭਾਈਚਾਰਕ ਸਰਗਰਮੀ ਦੇ ਨਾਲ ਸਰਕਾਰ ਦੇ ਰੈਗੂਲੇਸ਼ਨ ਦਾ ਇੱਕ ਜੁਟਤਾ ਹੋਣ ਤੋਂ ਬਿਨਾਂ ਕੰਮ ਸੂਤ ਨਹੀਂ ਆਉਣਾ। ਇਸ ਕਰਕੇ ਇਹਦੇ ਲਈ ਡਾਇਲੌਗ ਬਹੁਤ ਜ਼ਰੂਰੀ ਹੈ। ਠੀਕ ਗਰੇਵਾਲ ਸਾਹਿਬ, ਜਾਂਦੇ ਕਿਉਂਕਿ ਸਮਾਂ ਬਹੁਤ ਹੋ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਸ ਨੀਅਤ ਦੇ ਨਾਲ ਸਰਕਾਰ ਨੇ ਖੇਤੀਬਾੜੀ ਬਿੱਲ ਲਿਆਂਦਾ ਹੈ, ਉਹ ਚਾਹੁੰਦੀ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ, ਪੂਰੇ ਦੇਸ਼ ਦੀ ਖੇਤੀਬਾੜੀ ਨੂੰ ਪ੍ਰਫੁੱਲਤ ਕੀਤਾ ਜਾਵੇ, ਕਿਸਾਨ ਨੂੰ ਪ੍ਰਫੁੱਲਤ ਕੀਤਾ ਜਾਵੇ, ਕਿਸਾਨ ਨੂੰ ਇੱਕ ਵਪਾਰੀ ਬਣਾਇਆ ਜਾਵੇ ਤਾਂ ਕਿ ਉਹ ਆਪਣੀ ਵੱਧ ਆਮਦਨ ਕਰ ਸਕੇ।
ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਇਸ ਨਵੇਂ ਖੇਤੀਬਾੜੀ ਨੀਤੀ ਤੇ ਜਾਂ ਆਪਣੀ ਬਿਲਕੁਲ ਪਾਲਿਸੀ ਫਰੇਮ ਤੇ? ਹਾਂਜੀ, ਬਿਲਕੁਲ ਆਪ ਜੀ ਦੀ ਗੱਲ ਠੀਕ ਹੈ ਕਿ ਬਹੁਤ ਸਾਰੇ ਏਰੀਆਜ਼ ਨੇ, ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੰਗਰ ਨੇ, ਪੇਰੈਂਟਸ ਕਹਿੰਦੇ ਨੇ ਸਾਡਾ ਮੁੰਡਾ ਬਰਬਾਦ ਹੋ ਰਿਹਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਏਰੀਆਜ਼ ਨੇ ਕਲਚਰਲ ਇੰਡਸਟਰੀਜ਼ ਪੈਦਾ ਹੋ ਸਕਦੀਆਂ, ਬਹੁਤ ਸਾਰੀਆਂ ਕ੍ਰਾਫਟਸ ਦੀਆਂ ਇੰਡਸਟਰੀਜ਼, ਇੰਨੇ ਕੰਮ ਨੇ ਪੰਜਾਬ ਦੇ ਲੋਕਾਂ ਨੂੰ ਆਉਂਦੇ ਕਿ ਜਿਹਦੇ ਨਾਲ ਹਰ ਜਿਹੜਾ ਪੰਜਾਬ ਦਾ ਬੱਚਾ ਪੰਜਾਬ ਦਾ ਹਰ ਬੰਦਾ, ਹਰ ਔਰਤ ਨੂੰ ਵਧੀਆ ਖੂਬਸੂਰਤ ਇੰਪਲੋਇਮੈਂਟ ਮਿਲ ਸਕਦੀ ਆ ਔਰ ਉਹ ਵਧੀਆ ਜਿਹੜਾ ਆਪਣਾ ਇਨਕਮ ਜਨਰੇਟ ਕਰ ਸਕਦੀ ਆ। ਸੋ ਇਹ ਪਰ ਤਾਂ ਹੀ ਸੰਭਵ ਆ ਜੇ ਇਸ ਕੰਮ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਜਿਹੜੀ ਪੰਜਾਬ ਆ, ਉਹ ਪੰਜਾਬ ਦੇ ਲੋਕਾਂ ਨੂੰ ਆਪਣਾ ਜਿਹੜਾ ਖੇਤੀਬਾੜੀ ਦੀ ਪ੍ਰੋਸੈਸਿੰਗ ਦਾ, ਖੇਤੀਬਾੜੀ ਦੀ ਮਾਰਕੀਟਿੰਗ ਦਾ ਆਪਣੇ ਲੈਵਲ ਤੇ ਪ੍ਰਬੰਧ ਕਰਨ ਲਈ ਸਪੋਰਟ ਕਰੇ, ਨਾ ਕਿ ਇਹ ਕਹੇ ਕਿ ਤੁਸੀਂ ਆਓ ਸਾਡੇ ਕੋਲ, ਸਾਡੀ ਬਿਊਰੋਕ੍ਰੇਸੀ ਦੇ ਮਤਲਬ ਪਈਆਂ ਦੇ ਵਿੱਚ ਮਤਲਬ ਵੜੋ ਤੇ ਸਾਨੂੰ ਲੁੱਟ ਖਸੁੱਟ ਦਾ ਮੌਕਾ ਦਿਓ। ਸੋ ਇਹ ਸਾਰੇ ਕਾਸੇ ਤੋਂ ਪੰਜਾਬ ਦੇ ਲੋਕਾਂ ਨੇ ਆਪਣੇ ਲਈ, ਆਪਣੀ ਐਗਰੀਕਲਚਰ ਲਈ, ਆਪਣੇ ਜੀਵਨ ਲਈ ਕਿਵੇਂ ਮਤਲਬ ਜਿਹੜੀ ਆਪਣੀ ਪ੍ਰੋਡਕਸ਼ਨ ਨੂੰ, ਆਪਣੀ ਜਿਹੜੀਆਂ ਪ੍ਰੋਡਕਟਸ ਨੇ ਜਾਂ ਸਰਵਿਸਿਜ਼ ਨੇ ਉਹਨਾਂ ਨੂੰ ਕਿਵੇਂ ਕਰਨਾ, ਉਹਦੇ ਲਈ ਗਵਰਨਮੈਂਟਸ ਨੂੰ ਦੋਨਾਂ ਨੂੰ ਵੱਡੇ ਪੱਧਰ ਤੇ ਅੱਗੇ ਆ ਕੇ ਸਪੋਰਟ ਕਰਨੀ ਚਾਹੀਦੀ ਆ। ਔਰ ਸਾਰਾ ਕੰਮ ਇਹ ਕਿਸਾਨਾਂ ਦੇ ਹੱਥ 'ਚ ਦੇਣਾ ਚਾਹੀਦਾ ਤਾਂ ਕਿ ਕਿਸਾਨਾਂ ਦੇ ਅੰਦਰ ਕੋਈ ਕਿਸੇ ਕਿਸਮ ਦਾ ਸ਼ੰਕਾ ਨਾ ਹੋਵੇ। ਜੀ ਗਰੇਵਾਲ ਸਾਹਿਬ, ਗੈਂਤ ਸਾਹਿਬ, ਜਫਰ ਸਾਹਿਬ, ਤੁਸੀਂ ਚਰਚਾ 'ਚ ਭਾਗ ਲੈਣ ਗਏ, ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਖੇਤੀ ਪ੍ਰਧਾਨ ਸੂਬਾ ਹੈ, ਜਿਸ ਦੀ ਆਰਥਿਕਤਾ ਜਿਹੜੀ ਉਹ ਮੁੱਖ ਖੇਤੀਬਾੜੀ ਤੇ ਹੀ ਨਿਰਭਰ ਕਰਦੀ ਹੈ, ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਸਰਕਾਰ ਅਤੇ ਕਿਸਾਨ ਇੱਕ ਦੂਜੇ ਦੇ ਪੁਰਖ ਹਨ। ਸਰਕਾਰ ਕਦੇ ਵੀ ਕਿਸਾਨ ਵਿਰੋਧੀ ਨਹੀਂ ਹੋ ਸਕਦੀ। ਅੱਜ ਦੀ ਜੋ ਖੇਤੀਬਾੜੀ ਨੀਤੀ ਨਵੀਂ ਸਰਕਾਰ ਲੈ ਕੇ ਆਈ ਹੈ, ਉਹ ਕਿਸਾਨ ਨੂੰ ਤੇ ਕਿਸਾਨੀ ਨੂੰ ਪ੍ਰਫੁੱਲਤ ਕਰਨ ਦੇ ਲਈ ਹੈ, ਪਰੰਤੂ ਸਿਰਫ ਭੁਲੇਖੇ ਦੂਰ ਕਰਨ ਦੀ ਲੋੜ ਹੈ। ਜੇਕਰ ਸਰਕਾਰ ਤੇ ਕਿਸਾਨ ਇੱਕ ਮੰਚ ਤੇ ਬੈਠ ਕੇ ਆਪਣੇ ਭੁਲੇਖੇ ਦੂਰ ਕਰ ਲੈਣ ਤਾਂ ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਨਵੀਂ ਖੇਤੀਬਾੜੀ ਨੀਤੀ ਹੈ ਜਿਹੜੀ ਉਹ ਕਿਸਾਨ ਦੀ ਆਮਦਨ ਵਧਾਊਗੀ, ਸਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਊਗੀ। ਫਿਰ ਇੱਕ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ। ਥੈਂਕ ਯੂ, ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਹਾਡੀ ਬਹੁਤ ਧੰਨਵਾਦ।